श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। बहुत जन्म बिछरे थे माधव यह जन्म तुम्हारे लिखे। कह रविदास आस लग जीवा चिर भयो दर्शन देखे। ज्ञान अंजन गुर दिया अज्ञान अंधेर विनाश। हर कृपा ते संत भेटिया नानक मन प्रगाश। पिंगल पर्वत पार परे खल चतर बकीता। अंधले त्रिभुवन सूझिया गुर भेट पनीता। महिमा साधु संग की सुनो मेरे मीता। मैल खोई कोट अग हरे निर्मल भये चीता। दंडौत बंधन अनक बार सर्व कला सुमरथ। डोलन ते राखो प्रभु नानक दे कर हाथ। सतनाम श्री वाहिगुरु साहिब जी। सोठ महला तीजा। सतगुर सेवे ता सहज ध्वनि उपजै गात मात तद ही पाए। हर का नाम सचा मन वसया नामे नाम सुमाए। सतगुर सेवे ता सहज ध्वनि उपजै गात मात तद ही पाए। हर का नाम सच्चा मन वसया नामे नाम समाए। बिन सतगुर सब जग बहुराना मन मुख अंधा शब्द न जाने। झूठै भरम भुलाना रहाओ। त्रै गुण माया भरम भुलाया हऊँ मैं बंधन कमाए। जमन मरण सिर उपर उबो गर्भ जोन दुख पाए। त्रै गुण वर्त है सगल संसार हऊँ मैं विच पत खोई। गुरमुख होवै चौथा पद चीनै राम नाम सुख होई। त्रै गुण सब तेरे तू आपे करता जो तू करह सो होई। नानक राम नाम निस्तारा सबदे हऊँ मैं खोई। त्रै गुण सब तेरे तू आपे करता जो तू करह सो होई। नानक राम नाम निस्तारा सबदे हऊँ मैं खोई। वाहिगुरु जी का खालसा वाहिगुरु जी की फतेह। सतगुरु जी की साजी नवाजी परम सन्मानयोग गुरु खालसा साध संगत जी। धन धन सतगुरु श्री गुरु नानक देव साहब जी महाराज उन्होंने दे दसे स्वरूप दसा ही पातशाहियां दे आत्मक जो स्वरूप जुगो जुग अटल चवर छतर तख्त मालक मेहरां दे साईं करना निधान अंतरजामी महाराज सतगुरु श्री गुरु ग्रंथ साहब सच्चे पातशाह जी की अपार कृपालता हुई। महाराज जी ने दर्शन बख्शे। गुरु साहब जी के हजूर पंज बाणियां दे नितनेम होए। श्री सुखनी साहब जी के पाठ वाहिगुरु मंत्र दे जाप आसा जी दी वार दे कीर्तन होए जी। लड़ीवार गुरबाणी दी कथा सतगुरु श्री गुरु अमरदास महाराज सच्चे पातशाह जी के पावन पित्र शब्द सोठ राग विच आपां विचारदे पए हां। धन गुरु अमरदास महाराज जिवें किरपा कर रहे हैं सरदा भावना गुरु साहब जी का पावन पित्र उपदेश सरवण करके आपां लाहा प्राप्त करना है जी।
ਸੋਠ ਮਹੱਲਾ ਤੀਜਾ। ਸੋਠ ਰਾਗ ਹੈ। ਤੀਸਰੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਸਤਿਗੁਰ ਸੇਵੇ ਤਾਂ ਸਹਿਜ ਧੁਨੀ ਉਪਜੈ। ਸਤਿਗੁਰੂ ਸਾਹਿਬ ਜੀ ਦੀ ਕੀਤੀ ਹੋਈ ਸੇਵਾ ਕਰਨ ਕਰਕੇ ਅੰਦਰ ਨਾਮ ਦੀ ਧੁਨੀ ਪੈਦਾ ਹੁੰਦੀ ਹੈ, ਜਿਹਨੂੰ ਅਜਪਾ ਜਾਪ ਗੁਰਮੁਖ ਪਿਆਰੇ ਕਹਿੰਦੇ ਨੇ। ਜਿਹੜੀ ਆਪਣੇ ਆਪ ਅੰਦਰ ਪੈਦਾ ਹੁੰਦੀ ਤੇ ਫਿਰ ਸੁਣਦੀ ਰਹਿੰਦੀ ਹਰ ਵੇਲੇ। ਉਹ ਧੁਨੀ, ਉਹ ਆਵਾਜ਼ ਜਿਹੜੀ ਕਹਿੰਦੇ ਉਵੇਂ ਤਾਂ ਖਲਾ ਵਿੱਚ, ਆਕਾਸ਼ ਵਿੱਚ ਹਰ ਵੇਲੇ ਹੈ, ਪਰ ਗੁਰਮੁਖੋ ਹਰ ਵੇਲੇ ਆਪਣੀ ਕੋਈ ਐਸੀ ਅਵਸਥਾ ਨਹੀਂ ਹੁੰਦੀ ਵੀ ਆਪਾਂ ਨੂੰ ਉਹ ਸੁਣਾਈ ਦੇਵੇ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੀ ਨਜ਼ਰ ਪੈਂਦੀ, ਫਿਰ ਆਪਣੇ ਅੰਦਰੋਂ ਇਹ ਧੁਨੀ ਸੁਣਾਈ ਦਿੰਦੀ ਹੈ। ਫਿਰ ਸਾਰੇ ਸੰਸਾਰ ਵਿੱਚੋਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਹੀ ਸੁਣਾਈ ਦੇਵੇਗਾ, ਜਿਹਨੂੰ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਆਖਿਆ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਕੁਝ ਵੀ ਕਹਿੰਦੇ ਆਵਾਜ਼ ਆ ਰਹੀ, ਜੋ ਵੀ ਪਸ਼ੂ ਪੰਛੀ ਬੋਲਦੇ ਪਏ ਨੇ, ਅਸਲ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹੀ ਗਾ ਰਹੇ ਨੇ, ਪਰ ਆਪਣੀ ਸਮਝ ਤੋਂ ਬਾਹਰ ਹੈ। ਇਹ ਇੱਕ ਅਵਸਥਾ ਐਸੀ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ, ਜਿਸ ਕਰਕੇ ਸਾਰੇ ਪਾਸਿਓਂ ਧੁਨੀ ਸੁਣਾਈ ਦਿੰਦੀ ਤੇ ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ। ਜੇ ਆਪਾਂ ਇਹ ਬਹੁਤ ਵਾਰ ਉਸ ਦਿਨ ਦਾ ਪ੍ਰਮਾਣ ਲਿਆ ਵੀ ਭਗਤ ਨਾਮਦੇਵ ਜੀ ਬਚਨ ਕਰਦੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਪਰ ਹਰ ਵੇਲੇ ਤਾਂ ਸਾਰੇ ਪਾਸੇ ਆਪਾਂ ਨੂੰ ਪਰਮੇਸ਼ਰ ਨਹੀਂ ਨਾ ਦਿਖਾਈ ਦਿੰਦਾ। ਸਿਰਫ ਭਗਤ ਨਾਮਦੇਵ ਜੀ ਆ ਜਿਨ੍ਹਾਂ ਨੂੰ ਸਾਰੇ ਪਾਸੇ ਰੱਬ ਦਿਖਾਈ ਦੇ ਰਿਹਾ, ਕਿਉਂਕਿ ਉਹਨਾਂ ਦੀ ਆਪਣੀ ਅਵਸਥਾ ਇਸ ਤਰ੍ਹਾਂ ਦੀ ਬਣ ਗਈ। ਭਾਈ ਕਨ੍ਹਈਆ ਜੀ ਆ ਜਿਨ੍ਹਾਂ ਨੂੰ ਸਾਰੇ ਪਾਸੇ ਦਸਵੇਂ ਪਾਤਸ਼ਾਹ ਹੀ ਦਿਖਾਈ ਦੇ ਰਹੇ। ਸੋ ਇਹ ਹੁੰਦਾ ਤਾਂ ਸਾਰਾ ਕੁਝ ਹੀ ਹੈ। ਕੁਝ ਦ੍ਰਿਸ਼ਟਮਾਨ ਸੰਸਾਰ ਹੈ, ਵਸਤੂਆਂ ਕੁਝ ਅਦ੍ਰਿਸ਼ ਹੈ। ਜਿਵੇਂ ਜਿਵੇਂ ਦੀ ਕਿਸੇ ਦੀ ਅੰਦਰ ਦੀ ਹਾਲਤ, ਉਹਦੀ ਅਵਸਥਾ ਹੁੰਦੀ, ਤਿਵੇਂ ਤਿਵੇਂ ਸਾਧ ਸੰਗਤ ਜੀ ਉਹਨੂੰ ਬਾਹਰਲੀਆਂ ਵਸਤੂਆਂ ਵਿੱਚੋਂ ਪਰਮੇਸ਼ਰ ਦੇ ਨਾਮ ਦਾ, ਉਹਦੀ ਧੁਨੀ ਦਾ ਝਲਕਾਰਾ ਪੈਂਦਾ। ਸੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਸਤਿਗੁਰ ਸੇਵੇ ਤਾਂ ਸਹਿਜ ਧੁਨੀ ਉਪਜੈ। ਗਤ ਮਤ ਤਦ ਹੀ ਪਾਏ, ਕਹਿੰਦੇ ਨੇ ਇਹ ਗਤੀ ਮੁਕਤੀ ਦੀ ਪ੍ਰਾਪਤੀ ਤੇ ਸ੍ਰੇਸ਼ਟ ਮਤ ਤਾਂ ਹੀ ਪ੍ਰਾਪਤ ਹੁੰਦੀ ਜੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਹੋਈਏ। ਤੇ ਮਹਾਰਾਜ ਜੀ ਦੀ ਸੇਵਾ ਦਾ ਇਹ ਫਲ ਹੈ। ਸਹਿਜ ਧੁਨ ਦੀ ਪ੍ਰਾਪਤੀ ਹੋਵੇਗੀ, ਨਾਮ ਸੁਣਾਈ ਦੇਣ ਲੱਗ ਪਵੇਗਾ, ਸ੍ਰੇਸ਼ਟ ਮਤ ਮਹਾਰਾਜ ਕਿਰਪਾ ਕਰਕੇ ਬਖਸ਼ ਦਿੰਦੇ ਤੇ ਅਖੀਰ ਨੂੰ ਬੰਧਨਾਂ ਤੋਂ ਮੁਕਤੀ ਹੋ ਜਾਂਦੀ। ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ। ਕਹਿੰਦੇ ਹਰੀ ਦਾ ਨਾਮ ਜਿਹੜਾ ਸੱਚਾ, ਸੱਚੇ ਦਾ ਮਤਲਬ ਜਿਹੜਾ ਸਦਾ ਰਹਿਣਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰ ਮੰਤਰ। ਕਹਿੰਦੇ ਜਿਨ੍ਹਾਂ ਨੇ ਗੁਰੂ ਮੰਤਰ ਦਾ ਜਾਪ ਕੀਤਾ, ਗੁਰਮੁਖੋ ਸਦਾ ਰਹਿਣੇ, ਪਰਮੇਸ਼ਰ ਸਦਾ ਰਹਿਣਾ, ਉਹਦਾ ਨਾਮ ਸਦਾ ਰਹਿਣਾ ਹੁੰਦਾ। ਬਾਕੀ ਦੁਨੀਆ ਤੇ ਸਦਾ ਰਹਿਣ ਵਾਲਾ ਕੁਝ ਨਹੀਂ ਹੁੰਦਾ। ਇਸ ਲਈ ਸੱਚ ਅੱਖਰ ਦਾ ਮਤਲਬ ਹੁੰਦਾ ਪਰਮਾਤਮਾ ਲਈ, ਸੱਚ ਦਾ ਅਰਥ ਹੈ ਪਰਮੇਸ਼ਰ ਦੇ ਨਾਮ ਵਾਸਤੇ। ਨਾਮੀ ਸਦਾ, ਉਹਦਾ ਨਾਮ ਸਦਾ। ਹਰ ਕਾ ਨਾਮ ਸੱਚਾ ਮਨ ਵਸਿਆ, ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਉਹ ਪਰਮੇਸ਼ਰ ਦਾ ਸੱਚਾ ਨਾਮ ਵਸਿਆ। ਨਾਮੇ ਨਾਮ ਸਮਾਏ, ਉਹਨਾਂ ਦੀ ਸਮਾਈ ਨਾਮ ਕਰਕੇ ਨਾਮੀ ਵਿੱਚ ਹੁੰਦੀ। ਨਾਮ ਦੇ ਮਾਲਕ ਵਿੱਚ ਉਹਨਾਂ ਦੀ ਸਮਾਈ ਉਸ ਨਾਮ ਦੀ ਬਰਕਤ ਕਰਕੇ ਹੁੰਦੀ। ਬਿਨ ਸਤਿਗੁਰੂ ਸਾਹਿਬ ਜਗ ਬਹੁ ਰੰਨ, ਕਹਿੰਦੇ ਗੁਰੂ ਤੋਂ ਬਿਨਾਂ ਤਾਂ ਸਾਰਾ ਜਗ ਕਮਲਿਆਂ ਦਾ ਹੀ ਤੁਰਿਆ ਫਿਰਦਾ, ਮਸਤਾਨੇ ਹੀ ਹੋਏ ਫਿਰਦੇ ਸਾਰੇ। ਕਿਉਂਕਿ ਇਹ ਅੰਦਰਲੀ ਜਿਹੜੀ ਕਲਾ, ਜਿਹੜਾ ਆਤਮਿਕ ਸੁੱਖ ਹੈ, ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਣਾ ਹੁੰਦਾ। ਆਪਾਂ ਬਾਹਰਮੁਖੀ ਹੋਣ ਕਰਕੇ ਸਿਰਫ ਬਾਹਰਲੇ ਸੁੱਖਾਂ ਤੱਕ ਸੀਮਤ ਹੁੰਨੇ ਆ। ਨਾ ਆਪਾਂ ਨੇ ਉਹਦਾ ਕਦੀ ਝਲਕਾਰਾ ਵੇਖਿਆ, ਨਾ ਆਪਾਂ ਉਹਨੂੰ ਸੱਚ ਮੰਨਣ ਲਈ ਤਿਆਰ। ਪਰ ਤੀਸਰੇ ਪਾਤਸ਼ਾਹ ਜੀ ਕਹਿੰਦੇ ਗੁਰਮੁਖੋ ਉਹ ਸੁੱਖ ਆਉਂਦਾ ਨਹੀਂ ਗੁਰੂ ਸਾਹਿਬ ਜੀ ਦੀ ਕਿਰਪਾ ਬਿਨਾਂ। ਇਸੇ ਕਰਕੇ ਗੁਰੂ ਤੋਂ ਬਿਨਾਂ ਜੱਗ ਕਮਲਿਆਂ ਦਾ ਹੀ ਤੁਰਿਆ ਫਿਰਦਾ ਸਾਰਾ। ਬਿਨ ਸਤਿਗੁਰੂ ਸਾਹਿਬ ਜੱਗ ਬੌਰਾਨਾ, ਬੌਰਾਨਾ ਬੌਰਾ ਕਹਿੰਦੇ ਕਮਲੇ ਨੂੰ, ਕਹਿੰਦੇ ਬਿਨਾਂ ਸਤਿਗੁਰੂ ਦੀ ਮਿਹਰ ਤੋਂ ਸਾਰਾ ਸੰਸਾਰ ਕਮਲਾ ਹੋਇਆ ਫਿਰਦਾ। ਮਨਮੁਖ ਅੰਧਾ ਸ਼ਬਦ ਨਾ ਜਾਣੇ, ਕਹਿੰਦੇ ਮਨਮੁਖ ਜਿਹੜਾ ਨਾ ਅੰਨਾ ਅਗਿਆਨੀ, ਉਹ ਮਹਾਰਾਜ ਦੇ ਉਪਦੇਸ਼ ਨੂੰ ਨਹੀਂ ਸਮਝਦਾ। ਉਹ ਉਪਦੇਸ਼ ਵੀ ਸਿਰਫ ਉਹਨਾਂ ਕੀ ਮੰਨਣ ਲਈ ਤਿਆਰ ਹੁੰਦਾ ਜਿੰਨਾ ਕੁ ਉਹਨੂੰ ਫਿੱਟ ਬਹਿੰਦਾ। ਜਿਹੜੀ ਗੱਲ ਉਹਦੇ ਤੇ ਚੋਟ ਕਰਦੀ ਹੈ, ਉਹਦੇ ਤੋਂ ਉਹਨੇ ਕਿਨਾਰਾ ਵੱਟਣ ਦਾ ਕੋਸ਼ਿਸ਼ ਕਰਨੀ ਹੁੰਦੀ। ਭਾਵੇਂ ਗੁਰੂ ਸਾਹਿਬ ਦਾ ਹੀ ਬਚਨ ਹੈ, ਪਰ ਉਹਨੇ ਕੰਨ ਭੰਨਣੇ, ਕਿਉਂਕਿ ਪਤਾ ਉਹਦੇ ਤੇ ਲੱਗਦੀ ਜਾ ਕੇ। ਇਸ ਲਈ ਕਹਿੰਦੇ ਕਮਲੇ ਤਾਂ ਹੋਏ ਫਿਰਦੇ ਸਾਰੇ ਲੋਕ। ਗੁਰੂ ਸਾਹਿਬ ਜੀ ਤੋਂ ਅੰਨਿਆਂ ਵਾਲਾ ਤਾਂ ਵਰਤਾਰਾ ਟੁੱਟ ਕੇ ਸਾਰਾ।
ਮਨਮੁਖ ਅੰਧਾ ਸ਼ਬਦ ਨਾ ਜਾਣੇ। ਕਹਿੰਦੇ ਮਨਮੁਖ ਨੂੰ, ਅਗਿਆਨੀ ਨੂੰ ਥੋੜਾ ਉਪਦੇਸ਼ ਦਾ ਪਤਾ ਹੁੰਦਾ। ਝੂਠੇ ਭਰਮ ਭੁਲਾਨਾ, ਕਹਿੰਦੇ ਕਿ ਝੂਠੇ ਭਰਮ ਵਿੱਚ ਭੁੱਲਿਆ ਫਿਰਦਾ, ਬਸ ਆਪਣੀ ਮੱਤ ਨੂੰ ਸ੍ਰੇਸ਼ਟ ਜਾਣ ਕੇ ਆਪਣੇ ਮਨ ਦੀ ਮਰਜ਼ੀ ਨੂੰ, ਆਪਣੇ ਮਨ ਨੂੰ ਆਪਣਾ ਜਥੇਦਾਰ ਬਣਾ ਲੈਂਦਾ। ਇਸ ਕਰਕੇ ਕਹਿੰਦੇ ਬਸ ਉਸੇ ਭਰਮ 'ਚ ਹੀ ਤੁਰਿਆ ਫਿਰਦਾ। ਅਸਲ ਵਿੱਚ ਉਹ ਝੂਠਾ ਭਰਮ ਹੈ, ਉਹਦੇ ਵਿੱਚ ਸਾਧ ਸੰਗਤ ਜੀ ਲੱਗਾ ਫਿਰਦਾ। ਭਰਮ ਦਾ ਅਰਥ ਇਹ ਹੁੰਦਾ ਜਿਹੜੀ ਵਸਤੂ ਹੋਵੇ ਨਾ ਪਰ ਦਿਖਾਈ ਦੇਵੇ, ਹੋਵੇ ਨਾ ਪਰ ਲੱਗੇ ਵੀ ਇਹ ਹੈਗੀ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਨਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਤੇ ਇਸ ਸ਼ਬਦ ਵਿੱਚ ਅੱਗੇ ਜਾ ਕੇ ਕਹਿੰਦੇ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਭਗਤ ਰਵਿਦਾਸ ਜੀ ਕਹਿੰਦੇ ਨੇ ਜਿਵੇਂ ਰੱਸੀ ਵਿੱਚ ਸੱਪ ਲੱਗਦਾ ਹੁੰਦਾ ਨਾ, ਹਨੇਰੇ 'ਚ ਪਈ ਰੱਸੀ ਐਂ ਲੱਗਦੀ ਸੱਪ ਹੈ, ਸਿਰਫ ਮਨ ਦੇ ਭਰਮ ਕਰਕੇ ਲੱਗਦੀ ਸੱਪ, ਸੱਪ ਹੁੰਦਾ ਨਹੀਂ। ਇਸੇ ਗੱਲ ਨੂੰ ਭਰਮ ਕਹਿੰਦੇ, ਜਿਹੜੀ ਚੀਜ਼ ਹੋਵੇ ਨਾ ਪਰ ਲੱਗੇ ਵੀ ਹੈਗੀ ਹੈ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਰਾਜ ਰੱਜੂ ਰੱਸੀ ਨੂੰ ਕਹਿੰਦੇ, ਭਯੰਗ ਸੱਪ ਨੂੰ। ਅਬ ਕਛ ਮਰਮ ਜਨਾਇਆ, ਕਹਿੰਦੇ ਪ੍ਰਕਾਸ਼ ਕਰਕੇ ਦੇਖਿਆ ਤੇ ਫਿਰ ਭੇਦ ਦਾ ਪਤਾ ਲੱਗਾ ਵੀ ਸੱਪ ਨਹੀਂ, ਅਸਲ 'ਚ ਰੱਸੀ ਸੀ। ਇਹ ਹੁੰਦੀ ਨਹੀਂ ਉਹ ਚੀਜ਼, ਪਰ ਉਹਨੂੰ ਮਨ ਬੈਠਦਾ। ਕਹਿੰਦੇ ਮਨਮੁਖ ਦੀ ਉਹ ਹਾਲਤ ਹੁੰਦੀ, ਉਹ ਕਿਸੇ ਭਰਮ 'ਚ ਪਿਆ ਹੋਇਆ, ਗੁਰੂ ਦੇ ਉਪਦੇਸ਼ ਤੋਂ ਪਰੇ ਪਰੇ ਰਹਿਣਾ। ਜੋ ਉਹਦਾ ਮਨ ਕਹਿੰਦਾ ਉਹਨੂੰ ਲੱਗਦਾ ਇਹੀ ਸੱਚ ਹੈ। ਬਸ ਜਿਸ ਭਰਮ ਵਿੱਚ ਉਹ ਫਸ ਗਿਆ, ਉਹ ਸੋਚਦਾ ਬਸ ਮੈਂ ਹੀ ਠੀਕ ਹਾਂ, ਮੈਨੂੰ ਗੁਰੂ ਦੇ ਉਪਦੇਸ਼ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਮੈਂ ਠੀਕ ਹਾਂ ਆਪਣੀ ਥਾਂ ਤੇ। ਜਿਵੇਂ ਬਹੁਤ ਵਾਰ ਆਪਾਂ ਨੂੰ ਕਈ ਲੋਕ ਮਿਲਦੇ, ਕਹਿੰਦੇ ਜੀ ਕੋਈ ਨਹੀਂ, ਮਨ 'ਚ ਹੀ ਹੁੰਦਾ ਜੀ ਸਾਰਾ ਕੁਝ, ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ ਬਾਹਰਲੀ ਦਿਖਾਵੇ ਦੀ, ਮਨ ਠੀਕ ਚਾਹੀਦਾ ਬਸ। ਮਨ 'ਚ ਹੀ ਗੁਰਦੁਆਰਾ ਜੀ। ਜੇ ਬੰਦਾ ਪੁੱਛੇ ਮਨ ਵਿੱਚ ਤੇਰੇ ਸ਼ਰਾਬ ਦਾ ਜੱਗ ਹੈ ਕਿ ਗੁਰਦੁਆਰਾ, ਸੱਚ ਦੱਸੇ ਵੀ ਤੇਰੇ ਅੰਦਰ ਸੁਖਣੀ ਸਾਹਿਬ ਕਿ ਜਾਂ ਤੇਰੇ ਆਪ ਦੇ ਵਿਚਾਰ। ਸਿਰਫ ਇੱਕ ਮਨ ਦਾ ਭਰਮ ਹੈ। ਇਸ ਕਰਕੇ ਜੋ ਆਪਣੇ ਮਨ 'ਚ ਆ ਰਿਹਾ ਉਹਨੂੰ ਹੀ ਸੱਚ ਸਮਝਣਾ। ਇਸ ਲਈ ਗੁਰੂ ਸਾਹਿਬ ਦਾ ਇਹ ਬਚਨ ਹੈ, ਕਹਿੰਦੇ ਬਿਨ ਸਤਿਗੁਰੂ ਸਾਹਿਬ ਜੱਗ ਬਉਰਾਨਾ। ਕਹਿੰਦੇ ਗੁਰੂ ਦੀ ਮਿਹਰ ਤੋਂ ਬਿਨਾਂ ਸਾਰਾ ਜੱਗ ਕਮਲਿਆਂ ਦਾ ਹੀ ਤੁਰਿਆ ਫਿਰਦਾ, ਬੌਰੇ ਹੋਏ ਫਿਰਦੇ ਸਾਰੇ। ਮਨਮੁਖ ਅੰਧਾ ਸ਼ਬਦ ਨਾ ਜਾਣੇ, ਕਹਿੰਦੇ ਅਗਿਆਨੀ ਤੁਰਿਆ ਫਿਰਦਾ ਮਨਮੁਖ ਵਿਚਾਰਾ, ਮਹਾਰਾਜ ਦੇ ਉਪਦੇਸ਼ ਨੂੰ ਜਾਣਦਾ ਨਹੀਂ। ਝੂਠੇ ਭਰਮ ਭੁਲਾਨਾ, ਬਸ ਇੱਕ ਝੂਠੇ ਭਰਮ ਵਿੱਚ ਭੁੱਲਿਆ ਫਿਰਦਾ। ਰਹਾਉ ਵਿਸਰਾਮ ਦੇ ਕੇ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਤ੍ਰੈ ਗੁਣ ਮਾਇਆ ਭਰਮ ਭੁਲਾਇਆ। ਕਹਿੰਦੇ ਇਸ ਤਿੰਨ ਗੁਣੀ ਮਾਇਆ ਨੇ ਸਾਰਾ ਸੰਸਾਰ ਹੀ ਭਰਮ 'ਚ ਪਾਇਆ ਹੋਇਆ। ਮਾਇਆ ਸਿਰਫ ਰੁਪਈਏ ਪੈਸੇ ਨਹੀਂ ਹੁੰਦੇ ਸਾਧ ਸੰਗਤ ਜੀ। ਜੋ ਕੁਝ ਅੱਖਾਂ ਨਾਲ ਦਿਸ ਰਿਹਾ ਇਹ ਸਭ ਮਾਇਆ ਹੀ ਹੈ। ਜੋ ਕੁਝ ਵੀ ਸਾਨੂੰ ਦਿਖਾਈ ਦੇ ਰਿਹਾ, ਜੜ ਮਾਇਆ, ਚੇਤਨ ਮਾਇਆ, ਗਿਆਨ ਮਾਇਆ, ਤਿੰਨ ਪ੍ਰਕਾਰ ਦੀ ਹੁੰਦੀ। ਕਹਿੰਦੇ ਬਸ ਇਹਨੇ ਸਾਰਾ ਜੱਗ ਭਰਮ 'ਚ ਲਾਇਆ ਹੋਇਆ। ਹਉਮੈ ਬੰਧਨ ਕਮਾਏ, ਬਸ ਕਹਿੰਦੇ ਜਿੰਨੇ ਕੰਮ ਕਰਨੇ ਹਉਮੈ 'ਚ ਕਰਨੇ, ਇਸੇ ਕਰਕੇ ਬੰਧਨ 'ਚ ਵੱਜ ਜਾਣ। ਜਿਹੜਾ ਵੀ ਕਰਮ ਕੀਤਾ ਉਹਦੇ ਵਿੱਚ ਮੈਂ ਰਲਾਉਣੀ, ਇਹੀ ਬੰਧਨ ਦਾ ਕਾਰਨ ਬਣ ਜਾਂਦਾ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਹੀ ਬੰਧਨਾ ਫਿਰ ਜੋਨੀ ਪਾਹੇ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਮਹਾਰਾਜ ਜੀ ਦੇ ਬਚਨ ਆਸਾ ਜੀ ਦੀ ਵਾਰ ਵਿੱਚ ਕਹਿੰਦੇ ਬਸ ਜਨਮ ਮਰਨ ਦਾ ਕਾਰਨ ਇਹ ਹਉਮੈ ਬਣ ਜਾਂਦੀ। ਤੇ ਪੈਦਾ ਕਿੱਥੋਂ ਹੁੰਦੀ, ਜਾਂਦੀ ਕਿਵੇਂ? ਕਹਿੰਦੇ ਪੈਦਾ ਹੁੰਦੀ ਆਪਣੇ ਹੰਗਤਾ ਵਾਲੇ ਕਰਮ ਕਰਨ ਕਰਕੇ। ਉਹ ਸੁਭਾਅ ਪਰਪੱਕ ਹੋ ਜਾਂਦਾ। ਇਸ ਕਰਕੇ ਫਿਰ ਜਿਹੜਾ ਕਰਮ ਕਰਦਾ ਕਹਿੰਦਾ ਮੈਂ ਕੀਤਾ, ਮੈਂ ਕੀਤਾ। ਹਰ ਕਰਮ ਵਿੱਚ ਮੈਂ ਰਲਾਉਣੀ, ਬਸ ਬੰਧਨ ਪੈ ਜਾਣਾ। ਜੰਮਣ ਮਰਨ ਸਿਰ ਉੱਪਰ ਉਬੋ, ਗਰਭ ਜੋਨ ਦੁੱਖ ਪਾਏ। ਕਹਿੰਦੇ ਇਸੇ ਕਰਕੇ ਫਿਰ ਜੰਮਣ ਮਰਨ ਦਾ ਦੁੱਖ ਸਿਰ ਤੋਂ ਉਤਰਦਾ ਨਹੀਂ ਹੈ ਤੇ ਗਰਭ ਜੋਨ ਦਾ ਦੁੱਖ ਝੱਲਣਾ ਪੈਂਦਾ। ਜੂਨ 'ਚ ਆ ਗਿਆ, ਫਿਰ ਚਲੇ ਗਿਆ, ਫਿਰ ਜਨਮ 'ਚ ਆ ਗਿਆ, ਫਿਰ ਚਲੇ ਗਿਆ। ਕਹਿੰਦੇ ਇਹ ਮੁੱਕਣ 'ਚ ਨਹੀਂ ਆਉਂਦਾ ਗੇੜ। ਜੰਮਣ ਮਰਨ ਸਿਰ ਉੱਪਰ ਉਬੋ, ਗਰਭ ਜੋਨ ਦੁੱਖ ਪਾਏ। ਤ੍ਰੈ ਗੁਣ ਵਰਤ ਹੈ ਸਗਲ ਸੰਸਾਰਾ। ਕਹਿੰਦੇ ਅਸਲ ਵਿੱਚ ਸਾਰਾ ਸੰਸਾਰ ਹੀ ਇਹਨਾਂ ਤਿੰਨਾਂ ਗੁਣਾਂ 'ਚ ਵਰਤ ਰਿਹਾ, ਜਿਸ ਦਾ ਜ਼ਿਕਰ ਆਪਾਂ ਕੱਲ ਵੀ ਕੀਤਾ ਸੀ, ਪਰਸੋਂ ਵੀ ਕੀਤਾ ਸੀ ਵੀ ਬਸ ਇਹ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸਾਰਾ ਸੰਸਾਰ ਇਹਨਾਂ ਤਿੰਨਾਂ ਵਿੱਚ ਹੀ ਵਰਤ ਰਿਹਾ ਹੈ। ਕੋਈ ਗੁਰਮੁਖ ਹੁੰਦਾ ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ ਕਿ ਜਿਹੜਾ ਇਹਦੋਂ ਪਾਰ ਵੀ ਕੁਝ ਸਮਝਦਾ। ਉਹ ਸੋਚਦਾ ਵੀ ਇਹਦੋਂ ਪਰੇ ਵੀ ਕੁਝ ਹੈਗਾ ਸਮਝਣ ਵਾਲਾ। ਭਾਈ ਤ੍ਰੈ ਗੁਣ ਵਰਤੈ ਸਗਲ ਸੰਸਾਰਾ, ਹਉਮੈ ਵਿੱਚ ਪਤ ਖੋਈ। ਕਹਿੰਦੇ ਹਉਮੈ 'ਚ ਸਾਰੇ ਕਰਮ ਕਰਨ ਕਰਕੇ ਆਖਿਰ ਪ੍ਰਲੋਕ ਵਿੱਚ ਬਿਨਾਂ ਆਬਰੂ ਤੋਂ ਹੀ ਜਾਂਦਾ। ਫਿਰ ਉਹ
ਪ੍ਰਲੋਕ ਵਿੱਚ ਪਤ ਨਹੀਂ ਹੈਗੀ। ਗੁਰਮੁਖ ਹੋਵੇ ਚੌਥਾ ਪਦ ਚੀਨੇ। ਕਹਿੰਦੇ ਕੋਈ ਗੁਰਮੁਖ ਹੋਵੇ ਉਹ ਚੌਥੇ ਪਦ ਨੂੰ ਜਾਣੇ। ਚੀਨੇ ਹੁੰਦਾ ਜਾਣਨਾ। ਤਿੰਨਾਂ ਗੁਣਾਂ ਤੋਂ ਪਰੇ ਜਿਹੜਾ ਚੌਥਾ ਤੁਰਿਆ ਪਦ ਆਤਮ ਗਿਆਨ ਜਿਹਨੂੰ ਕਹਿੰਦੇ, ਕੋਈ ਗੁਰਮੁਖ ਹੋਵੇ ਤੇ ਕਹਿੰਦੇ ਗੁਰਮੁਖ ਹੋ ਇਹਨਾਂ ਤਿੰਨਾਂ ਨੂੰ ਪਾਰ ਕਰਕੇ ਤੇ ਫਿਰ ਚੌਥੇ ਨੂੰ ਸਮਝੇ। ਇਹ ਤਿੰਨ ਪਦ ਤਾਂ ਹੈਗੇ ਹੀ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਪਰ ਕੋਈ ਗੁਰਮੁਖ ਹੋਵੇ ਤੇ ਚੌਥੇ ਦੀ ਸੋਝੀ ਉਹਨੂੰ ਆਉਂਦੀ। ਗੁਰਮੁਖ ਹੋਵੇ ਚੌਥਾ ਪਦ ਚੀਨੇ, ਰਾਮ ਨਾਮ ਸੁਖ ਹੋਈ। ਫਿਰ ਪਤਾ ਲੱਗਦਾ ਗੁਰਮੁਖੋ ਸੁਖ ਤਾਂ ਰਾਮ ਦੇ ਨਾਮ ਵਿੱਚ ਸੀ। ਪਰਮਾਤਮਾ ਦੇ ਨਾਮ ਵਿੱਚ ਸੁਖ ਹੈ ਅਸਲ ਵਿੱਚ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਹਾਰਾਜ ਜੀ ਦੇ ਬਚਨ ਨੇ। ਕਹਿੰਦੇ ਅਸੀਂ ਸਾਰਾ ਸੰਸਾਰ ਦੇਖ ਲਿਆ, ਨਾਮ ਤੋਂ ਬਿਨਾਂ ਸੁਖ ਨਹੀਂ ਹੁੰਦਾ। ਦੇਖ ਕੇ ਕਹਿੰਦੇ ਆ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਗੁਰਮੁਖ ਹੋਵੇ ਚੌਥਾ ਪਦ ਚੀਨੇ, ਰਾਮ ਨਾਮ ਸੁਖ ਹੋਈ। ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ। ਕਹਿੰਦੇ ਮਹਾਰਾਜ ਇਹ ਤਿੰਨ ਗੁਣ ਵੀ ਤੇ ਤੇਰੇ ਹੀ ਪੈਦਾ ਕੀਤੇ। ਇਹ ਤਿੰਨ ਗੁਣੀ ਮਾਇਆ ਵੀ ਤੂੰ ਪੈਦਾ ਕੀਤੀ। ਇਹ ਤਿੰਨ ਗੁਣਾਂ 'ਚ ਵਰਤਣ ਵਾਲਾ ਸੰਸਾਰ, ਇਹ ਜੀਵ ਵੀ ਤੂੰ ਆਪ ਹੀ ਪੈਦਾ ਕੀਤੇ ਸਾਰੇ। ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ, ਕਿਉਂਕਿ ਕਰਤਾ ਤਾਂ ਸਾਰੀ ਸ੍ਰਿਸ਼ਟੀ ਦਾ ਤੂੰ ਆਪ ਹੀ ਹਨ। ਜੋ ਤੂੰ ਕਰਹਿ ਸੋ ਹੋਈ। ਕਹਿੰਦੇ ਜੋ ਤੂੰ ਕਰਦਾ ਅਕਾਲ ਪੁਰਖ ਵਾਹਿਗੁਰੂ ਉਹ ਹੁੰਦਾ। ਭਾਵ ਤੇਰੀ ਮਰਜ਼ੀ 'ਚ ਹੈ। ਇਹ ਪੰਜੇ ਤਾਤੇ ਸਾਰੀ ਪ੍ਰਕਿਰਤੀ, ਇਹ ਸਾਰੀ ਸ੍ਰਿਸ਼ਟੀ ਤੂੰ ਆਪ ਪੈਦਾ ਕੀਤੀ, ਆਪ ਹੀ ਇਹਨੂੰ ਦੇਖ ਰਿਹਾ, ਔਰ ਜੋ ਤੂੰ ਕਰਦਾ ਉਹੀ ਹੁੰਦਾ। ਤੇਰੀ ਮਰਜ਼ੀ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਨਾਨਕ ਰਾਮ ਨਾਮ ਨਿਸਤਾਰਾ ਸਬਦੇ ਹਉਮੈ ਖੋਈ। ਕਹਿੰਦੇ ਗੁਰਮੁਖੋ ਜਿਨ੍ਹਾਂ ਨੇ ਮਹਾਰਾਜ ਜੀ ਦੇ ਸ਼ਬਦ ਦਾ ਅਭਿਆਸ ਕਰਕੇ ਆਪਣੀ ਹਉਮੈ ਖਤਮ ਕਰ ਲਈ, ਉਹਨਾਂ ਦਾ ਪਰਮੇਸ਼ਰ ਦੇ ਨਾਮ ਕਰਕੇ ਪਾਰ ਉਤਾਰਾ ਹੋ ਜਾਂਦਾ। ਨਾਨਕ ਰਾਮ ਨਾਮ ਨਿਸਤਾਰਾ, ਪਰਮੇਸ਼ਰ ਦੇ ਨਾਮ ਕਰਕੇ ਕਹਿੰਦੇ ਪਾਰ ਉਤਾਰਾ ਗੁਰਮੁਖੋ, ਪਰਮੇਸ਼ਰ ਦੇ ਨਾਮ ਕਰਕੇ। ਸਬਦੇ ਹਉਮੈ ਖੋਈ, ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣਨ ਕਰਕੇ ਹਉਮੈ ਨਾਸ ਹੁੰਦੀ। ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ। ਉਹ ਕਹਿੰਦੇ ਨੇ ਜੈਸੇ ਹੀਰਾ ਹਾਥ ਮੇਂ ਤਣਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਗਤ ਭੰਡਾਰ ਜੀ। ਜੈਸੇ ਬਟ बीज अत सूक्ष्म स्वरूप होत, बोए से विविध करे बिरखा विस्तार जी। क्योंकि कदे कदे मन च विचार ऐसा आ सकता बई मान लो संगत कीती, महाराज जी का उपदेश सरवण किया कि इहदे नाल की फर्क पै जाएगा, क्योंकि फर्क पैंदा दिखाई नहीं दे रहा हुंदा कि कोई फर्क तो लगता नहीं हैगा, कोई तब्दीली तो दिस नहीं रही। भाई गुरदास जी ने बड़े कमाल का बचन किया, वो कहते दिसदी नहीं ना तब्दीली, पर फर्क फिर भी बहुत है, बहुत। किवें? कहते जैसे हीरा हाथ में तनक सो दिखाई देत, हाथ विच पकड़िया होया, हाथ की तली ते रखिया होया हीरा बिल्कुल छोटा जिहा हुंदा, देखण नूं बिल्कुल छोटा जिहा ही है, तली ते रख लेना आपां हाथ दी ते। मोल कीए ते दमकन भगत भंडार जी कहते मुल करिए, जौहरी दी दुकान ते लैके जाइए, फिर दमड़ियां नाल झोले भर जांदे, फिर हैरान होईदा भी देखण नूं ते छोटा जिहा सी बिल्कुल, पर कीमत इन्नी ज्यादा। मुल करन तो बाद कहंदे कीमत दा पता लगदा फिर गुरमुखो किन्नी सी, देखण नूं ते बिल्कुल छोटा जिहा हुंदा। जैसे हीरा हाथ में तनक सो दिखाई देत, मोल कीए ते दमकन भगत भंडार जी। जैसे बट बीज अत सूक्ष्म स्वरूप होत, बट कहंदे बोड़ नूं, कहंदे देखो बोड़ दा बीज बिल्कुल सूक्ष्म जिहा हुंदा, पर दरख्त किन्ना हुंदा ओहदा। बोए से विविध करे, बोए दा अर्थ हुंदा बीजीए, जदों उस बीज नूं बीज दईए, धरती 'च रख दईए, बोए से विविध करे बिरखा बिरथा, किड्डा वड्डा बिरख उहदे 'चों निकल आउंदा जी, बिल्कुल सूक्ष्म जिहा बीज विचों।
बोर्ड की साध संगत जी कितनी सारी वड्डी गोल हुंदी ते एक गोल दे विच कई कई सैकड़े बीज हुंदे। कहंदे किन्ना सूखम जिहा बीज हुंदा उहदा, पर जदों उहनूं धरती विच आपां बीजदे आ किन्ना वड्डा दरख्त उहदे चों निकलदा, फिर हैरान होईदा भी एडा वड्डा दरख्त इन्ने छोटे ਜਿਹੇ बीज विच छुपिया बैठा सी। इस छोटे ਜਿਹੇ सूखम ਜਿਹੇ बीज दा किन्ना वड्डा फल सी असल च। कहंदे बीजण तो बाद पता लगदा। जैसे बार बाढ़े हुंडी लागत ना भार कशु। अगे फिर कहंदे देखो हुंडी दा कोई भार नहीं हुंदा गुरमुखो। हुंडी दा जिहड़े काम करदे ने, जिहड़ा उन्हां दा वही खाता जा हुंदा, जिहड़ा कागज दे उत्ते हिसाब किताब लिखिआ ओहदा कोई बहुत भार नहीं हुंदा, ओह कोई मन पक्के दी नहीं हुंदी। सिर्फ एक पेज आ जिहदे उत्ते लिखिआ हुंदा भी इस बंदे ने इन्नी तरीक नूं मेरे कोले आह चीज़ रखी है, उन्हें अपनी फीस लैके फिर वापस करनी, उन्होंने अमानत है उहदी। पहला हुंडी का कारोबार कुछ दूजे तरीके नाल चलदा सी। जदों बैंकां नहीं सी हैगियां, उदों मान लो जे किसी ने लाहौर तो दिल्ली जाना, जिहड़ी रकम उहने नाल लैके जानी उहदे लई खतरा सी रस्ते च, वो लैके नहीं सी जांदे। हुंडी का काम करने वाले नूं रकम लाहौर दे देनी, उहदे कोलों कागज लिखवा लेना, अगे उन्हां दे बंदियां कोलों जाके दिल्ली तो पैसे लै लैणे। कहंदे वो जिहड़ी रकम लिखवाई सी पेपर ते उहदा किहड़ा कोई भार हुंदा। जैसे बार बाढ़े हुंडी लागत ना भार कशु, आगे जाए पाइयत लक्ष्मी अपार जी। भाई गुरदास जी लिखते कहंदे पर उस पेपर करके, उस कागज के टुकड़े करके अगे जाके सारी माया मिलनी। भार उहदा कोई नहीं हुंदा, पर कीमत बहुत हुंदी। जे वो कागज गवाच गया एक धेला नहीं मिलना अगे जाके, बस वो सामभ के रखना। कहंदे उहदा भार कोई नहीं, पर उहदी कीमत बहुत है। वो दिखाल के ही अगे फिर पैसे मिलने जिहड़े आपां लाहौर दिते सी। फिर अखीर ते फिर जिहड़ा अपना सिद्धांत वो दसदे कहंदे तैसे गुर बचन सच्चन गुर सिखन पै, जानिए महात्म गए ही हरद्वार जी। कहंदे गुरमुखो इवें गुरु साहब जी का एक एक बचन सिख दे हिरदे ते जिहड़ा असर करदा है, ਉਹਦਾ पता आपां नूं हरी दे द्वारे ते जाके लगदा। इत्थे आपां नूं लगदा कोई फर्क नहीं पिया जी, कोई तब्दीली तो होई नहीं हैगी, कुछ असर तो मैनूं दिखाई नहीं दे रहा। भाई गुरदास जी कहंदे इहदे असर का पता हरी दे द्वारे ते जाके लगना। तैसे गुर बचन सच्चन गुर सिखन पै, जानिए महात्म गए ही हरद्वार जी। कहंदे इस दे महात्म का पता हरी दे द्वारे ते जाके लगना। गुरमुखो जदों कोई हिसाब किताब कोई लेखा जोखा होना, उत्थे पता लगना कि गुरु साहब जी के बचन ने की असर किया। क्योंकि महाराज के बचन ने गुर का बचन बसे जी नाले, जल नहीं डूबे तस्कर नहीं लेवे, भाहे ना साकै जाले। गुरु का बचन जिंद ना वसदा हुंदा, शरीर नाल नहीं। शरीर करके तो सुनना महाराज का बचन, असर तो उन्हें जीव आत्मा ते करना, जिंद ते। गुर का बचन बसै जी नाले, जल नहीं डूबे। कहंदे गुरु की बख्शिश नूं पानी डूब नहीं सकता, तस्कर नहीं लेवे, चोर चरा नहीं सकता, भाहे ना साकै जाले। कहंदे अग जाल नहीं सकती, उन्होंने नहीं जला सकती। क्यों? क्योंकि जिंद ना वसिया ना। शरीर नूं तो देखो अग ने साड़ देना। जे बचन का सारा असर शरीर ते ही होवे ते फिर शरीर तो डुब भी जाता, सड़ भी जाता। पर महाराज के बचनों कहते गुरु का बचन तो गुरमुखो जिंद ना वसदा, जिन्होंने कोई साड़ नहीं सकता, डोब नहीं सकता, चोर चरा नहीं सकता। इसलिए जो महाराज की बख्शिश इस जिंद के नाल जाएगी, फिर कहते ये महात्म का पता लगेगा। ਇਹਦਾ महात्म किन्ना ਇੱਥੇ आंदे बहुत बार लगता हुंदा भी कोई फर्क तो पिया नहीं जी, इत्थे संगत कीतियां की फर्क पिया, कोई तब्दीली तो होई नहीं। नितनेम इन्ने दिन कीता, इन्ने साल कीता, कोई फर्क तो पिया लगता नहीं। भाई गुरदास जी कहते पिया हुंदा फर्क, बहुत फर्क पिया, पर ਉਹਦਾ पता बाद च लगना हुंदा। जिवें बोड़ के बीज नूं बीजण तो बाद पता लगता, हत्थ च फड़ के बोड़ के बीज का आपां नूं पता नहीं भी इहदे अंदर की है। बीजण तो बाद बोए सब विद करे, बीजण तो बाद तली ते रखे हुए हीरे दी जिन्हों पछाण नहीं, ਉਹਦੇ वास्ते एक पत्थर का टुकड़ा, उन्होंने नहीं पता इसकी कीमत कितनी।
ਕੀਮਤ ਦਾ ਪਤਾ ਬਾਅਦ 'ਚ ਲੱਗਣਾ ਜਦੋਂ ਮੁੱਲ ਪਵੇਗਾ ਉਸ ਦਾ। ਇਸ ਲਈ ਮਹਾਰਾਜ ਦਾ ਬਚਨ ਨਾਨਕ ਰਾਮ ਨਾਮ ਨਿਸਤਾਰਾ ਸਬਦੇ ਹੋਵੇਂ ਕੋ ਕਹਿੰਦੇ ਪਰਮੇਸ਼ਰ ਦੇ ਨਾਮ ਕਰਕੇ ਤੇ ਪਾਰ ਉਤਾਰਾ ਹੋ ਜਾਂਦਾ ਗੁਰਮੁਖੋ। ਇਸ ਨਾਮ ਦਾ ਫਲ ਇਹ ਹੈ, ਮਹਾਤਮ ਹੈ ਵੀ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦੇਵੇਗਾ। ਸਬਦੇ ਹਉਮੈ ਕੋਈ ਕਹਿੰਦੇ ਹਉਮੈ ਗੁਰੂ ਦੇ ਸ਼ਬਦ ਦੇ ਮਹਾਰਾਜ ਦੇ ਉਪਦੇਸ਼ ਦੀ ਕਮਾਈ ਕਰਕੇ ਹੋਣੀ, ਉਹਦਾ ਅਭਿਆਸ ਕਰਨ ਕਰਕੇ ਜਿਹੜੀ ਹੰਗਤਾ ਇਹ ਜਾਂਦੀ ਹੁੰਦੀ। ਇਹ ਤੀਸਰੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਸੋਠ ਰਾਗ ਵਿੱਚ। ਤੇ ਹੁਣ ਅੱਗਿਓਂ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਪ੍ਰਾਰੰਭ ਹੋਣਗੇ, ਕਿਉਂਕਿ ਹਰੇਕ ਰਾਗ ਦੀ ਮਰਿਆਦਾ ਇਹੀ ਹੈ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਆਉਂਦੇ ਨੇ, ਫਿਰ ਤੀਸਰੇ ਪਾਤਸ਼ਾਹ ਜੀ ਦੇ, ਫਿਰ ਚੌਥੇ ਪਾਤਸ਼ਾਹ ਜੀ ਦੇ, ਫਿਰ ਪੰਜਵੇਂ ਪਾਤਸ਼ਾਹ ਜੀ ਦੇ, ਫਿਰ ਨਾਵੇਂ ਪਾਤਸ਼ਾਹ ਜੀ ਦੇ, ਫਿਰ ਭਗਤ ਬਾਣੀ, ਫਿਰ ਸ਼ੰਤ। ਇਦਾਂ ਤਰਤੀਬ ਰੱਖੀ ਮਹਾਰਾਜ ਜੀ ਨੇ। ਸੋ ਤੀਸਰੇ ਪਾਤਸ਼ਾਹ ਜੀ ਦੇ ਸ਼ਬਦ ਇੱਥੇ ਸੋਠ ਰਾਗ ਵਿੱਚ ਸਾਧ ਸੰਗਤ ਜੀ ਸੰਪੂਰਨ ਹੋਏ। ਹੁਣ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਪ੍ਰਾਰੰਭਤਾ ਹੁੰਦੀ। ਸੋਠ ਮਹੱਲਾ ਚੌਥਾ, ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਠ ਰਾਗ ਵਿੱਚ ਸੁਰ ਤਾਲ ਦੇ ਪਹਿਲੇ ਘਰ 'ਚ ਕਿਰਪਾ ਕਰ ਰਹੇ ਹਨ। ਸਰਲੇਖ ਤੋਂ ਬਾਅਦ ਮਹਾਰਾਜ ਨੇ ਮੰਗਲ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਦਵੈਤ ਸਰੂਪ ਪ੍ਰਮਾਤਮਾ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਅੱਜ ਤੱਕ ਨਾ ਕਦੀ ਕਿਸੇ ਨੂੰ ਪ੍ਰਮਾਤਮਾ ਮਿਲਿਆ ਔਰ ਨਾ ਕਦੀ ਮਿਲੇਗਾ। ਇਹ ਨਿਯਮ ਹੀ ਹੈ ਪਰਮੇਸ਼ਰ ਦਾ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਮਿਲਦਾ ਹੀ ਨਹੀਂ ਹੁੰਦਾ। ਸਤਿਗੁਰ ਪ੍ਰਸਾਦ ਦਾ ਅਰਥ ਹੈ ਸਤਿਗੁਰੂ ਜੀ ਦੀ ਕਿਰਪਾ। ਬਿਨਾਂ ਕਿਰਪਾ ਤੋਂ ਪ੍ਰਮਾਤਮਾ ਕਦੇ ਅਨੁਭਵ 'ਚ ਨਹੀਂ ਆਉਂਦਾ। ਕਿਰਪਾ ਗੁਰੂ ਸਾਹਿਬ ਦੀ ਹੋਣੀ, ਮਿਲਣਾ ਪ੍ਰਮਾਤਮਾ ਨੇ, ਕਿਉਂਕਿ ਮਿਲਾਉਣ ਲਈ ਗੁਰੂ ਸਾਹਿਬ ਨੇ ਨਾ ਵਿੱਚ ਸਮਰੱਥ। ਜੈਸਾ ਸਤਿਗੁਰ ਸੁਣੀ ਦਾਤਾ ਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦੜਾਇਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਉਹ ਸੰਜੋਗ ਜਿਹੜਾ ਬਣਾਉਣਾ ਉਹ ਗੁਰੂ ਸਾਹਿਬ ਜੀ ਨੇ ਬਣਾਉਣਾ ਹੁੰਦਾ। ਉਹ ਸੰਜੋਗ ਜਿਹੜਾ ਆਤਮਾ ਜੀਵਾਤਮਾ ਦਾ ਪਰਮਾਤਮਾ ਨਾਲ ਹੋਣਾ, ਉਸ ਵਾਸਤੇ ਗੁਰੂ ਸਾਹਿਬ ਸਹਾਈ ਨੇ। ਇਸ ਲਈ ਇੱਕ ਓੰਕਾਰ ਦਾ ਮਤਲਬ, ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਮਤਲਬ ਗੁਰੂ ਸਾਹਿਬ ਜੀ ਦੀ ਕਿਰਪਾ। ਬਿਨਾਂ ਗੁਰੂ ਦੀ ਕਿਰਪਾ ਤੋਂ ਗੁਰਮੁਖੋਂ ਨਹੀਂ ਪ੍ਰਮਾਤਮਾ ਮਿਲਦਾ ਹੁੰਦਾ। ਇਹ ਮੰਗਲ ਕੀਤਾ। ਪਹਿਲਾਂ ਸਰਲੇਖ ਸੀ ਸੋਠ ਮਹੱਲਾ ਚੌਥਾ ਘਰ ਪਹਿਲਾ। ਇਸੇ ਦਾ ਸਾਧ ਸੰਗਤ ਜੀ ਰੌਲਾ ਪਾਇਆ ਸੀ ਕੁਝ ਲੋਕਾਂ ਨੇ ਉਦੋਂ, ਕਾਫੀ ਸਾਲ ਪਹਿਲਾਂ। ਉਹ ਕਹਿੰਦੇ ਜੀ ਸਰਲੇਖ ਪਹਿਲਾਂ ਨਹੀਂ ਚਾਹੀਦਾ, ਪਹਿਲਾਂ ਮੰਗਲ ਚਾਹੀਦਾ, ਕਿਉਂਕਿ ਅਰਦਾਸ ਪਹਿਲਾਂ ਹੁੰਦੀ ਹੈ ਤੇ ਜਾਣਕਾਰੀ ਬਾਅਦ ਵਿੱਚ। ਇਸ ਕਰਕੇ ਕਹਿੰਦੇ ਜੀ ਤਬਦੀਲੀ ਕਰੀਏ, ਸਾਰੇ ਮੰਗਲ ਚੱਕ ਕੇ ਉੱਪਰ ਕਰ ਦਈਏ, ਸਰਲੇਖ ਥੱਲੇ ਕਰ ਦਈਏ। ਉਸ ਵੇਲੇ ਸਾਧ ਸੰਗਤ ਜੀ ਫਿਰ ਪੰਥ ਦੇ ਸਾਰੇ ਸਤਿਕਾਰਯੋਗ ਮਹਾਂਪੁਰਸ਼ਾਂ ਨੇ ਮੀਟਿੰਗ ਕਰਕੇ ਤੇ ਫਿਰ ਬਹੁਤ ਤਕੜੇ ਹੋ ਕੇ ਕੰਮ ਰੋਕਿਆ ਸੀ। ਸ਼੍ਰੋਮਣੀ ਕਮੇਟੀ ਨੇ ਪੂਰੀ ਤਿਆਰੀ ਕਰ ਲਈ ਸੀ ਵੀ ਮਹਾਰਾਜ ਜੀ ਦੀ ਬਾਣੀ 'ਚ ਇਦਾਂ ਇੰਨੀ ਕੁ ਤਬਦੀਲੀ ਆਪਾਂ ਕਰ ਲੈਨੇ। ਪਰ ਫਿਰ ਉਸ ਵੇਲੇ ਸੰਤਾਂ ਮਹਾਂਪੁਰਸ਼ਾਂ ਨੇ ਆਖਿਆ ਵੀ ਜੋ ਗੁਰੂ ਸਾਹਿਬ ਜੀ ਨੇ ਕੀਤਾ ਉਹਨੂੰ ਆਪਾਂ ਕਦੇ ਵੀ ਨਹੀਂ ਬਦਲ ਸਕਦੇ। ਆਪਣੀ ਹਿੰਮਤ ਹੈ ਨਹੀਂ ਇੱਕ ਅੱਖਰ ਵੀ ਆਪਣੀ ਮਰਜ਼ੀ ਨਾਲ ਬਦਲੀਏ। ਜੋ ਪੰਜਵੇਂ ਪਾਤਸ਼ਾਹ ਜੀ ਨੇ ਕਰ ਦਿੱਤਾ ਉਹ ਪੂਰੇ ਨੇ, ਸਮਰੱਥ ਨੇ, ਉਹਨਾਂ ਦੀ ਕੀਤੀ ਨੂੰ ਆਪਾਂ ਤਬਦੀਲ ਨਹੀਂ ਕਰ ਸਕਦੇ। ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਹੀਂ। ਕਹਿੰਦੇ ਨੇ ਇਹ ਤਬਦੀਲੀ ਹਿੰਮਤ ਨਹੀਂ ਹੈਗੀ ਕਿਸੇ ਦੀ ਵੀ ਗੁਰੂ ਸਾਹਿਬ ਜੀ ਦੀ ਕੀਤੀ ਤੇ ਕਲਮ ਚੱਕੇ। ਫਿਰ ਇਹ ਕੰਮ ਰੁਕਿਆ ਸੀ। ਇਸੇ ਤਰ੍ਹਾਂ ਹੁਣ ਇਹ ਜਿਹੜਾ ਹੈਗਾ ਸਰਲੇਖ ਹੈ ਪਹਿਲਾਂ ਆਇਆ, ਸੋਠ ਮਹੱਲਾ ਚੌਥਾ ਘਰ ਪਹਿਲਾ। ਇਹ ਸਰਲੇਖ ਹੈ ਪਹਿਲਾਂ ਆ ਗਿਆ, ਬਾਅਦ 'ਚ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲ ਬਾਅਦ 'ਚ ਹੈ ਨਾ। ਉਹ ਕਹਿੰਦੇ ਸੀ ਜੀ ਮੰਗਲ ਪਹਿਲਾਂ ਕਰੋ ਤੇ ਸਰਲੇਖ ਬਾਅਦ 'ਚ ਕਰੋ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਹਿਲਾਂ ਕਰੋ ਤੇ ਸੋਠ ਮਹੱਲਾ ਚੌਥਾ ਜਾਂ ਸੋਠ ਮਹੱਲਾ ਪੰਜਵਾਂ ਇਹ ਪਿੱਛੇ ਕਰੀਏ। ਮਤਲਬ ਵੀ ਅਸੀਂ ਗੁਰੂ ਤੋਂ ਸਿਆਣੇ ਆ ਤੇ ਮਹਾਰਾਜ ਕੋਲੋਂ ਤਾਂ ਸ਼ਾਇਦ ਭੁੱਲ ਹੋਗੀ। ਮੱਤ ਕਈ ਵਾਰੀ ਮਾਰੀ ਜਾਂਦੀ ਨਾ ਬੰਦੇ ਦੀ, ਉਹਨੂੰ ਵਹਿਮ ਪੈ ਜਾਂਦਾ ਵੀ ਮੈਂ ਬੜਾ ਵੱਡਾ ਵਿਦਵਾਨ, ਮੇਰੇ ਵਾਲੀ ਜਿੰਨੀ ਤੇਜ਼ ਬੁੱਧੀ ਮੇਰੀ ਇੰਨੀ ਅਕਲ ਵਾਲਾ ਤਾਂ ਸ਼ਾਇਦ ਪਹਿਲਾਂ ਜੰਮਿਆ ਹੀ ਨਹੀਂ ਕੋਈ। ਇੱਕ ਕੁਝ ਲੋਕਾਂ ਨੂੰ ਇਹ ਭੁਲੇਖਾ ਹੁੰਦਾ, ਕੁਝ ਲੋਕਾਂ ਦੀ ਬਦਨੀਅਤੀ ਹੁੰਦੀ ਹੈ ਵੀ ਕੋਈ ਨਾ ਕੋਈ ਗੁਰਬਾਣੀ 'ਚ ਹੇਰ ਫੇਰ ਕਰੀਏ। ਜਿਹੜੀ ਬਖਸ਼ਿਸ਼ ਹੋ ਰਹੀ ਹੈ ਪੰਥ ਉੱਤੇ ਇਹ ਬਾਣੀ ਕਰਕੇ ਹੀ ਹੋ ਰਹੀ ਹੈ।
ਇਹਦੇ 'ਚ ਕੋਈ ਤਬਦੀਲੀ ਕਰਾਂਗੇ ਤਾਂ ਆਪੇ ਬਖਸ਼ਿਸ਼ ਤੋਂ ਵਾਂਝੇ ਹੋ ਜਾਣਗੇ। ਕੁਝ ਲੋਕਾਂ ਨੇ ਜਾਣ ਕੇ ਇਦਾਂ ਕਰਨਾ ਹੁੰਦਾ, ਕੁਝ ਲੋਕ ਆਪਣੇ ਆਪ ਨੂੰ ਉਵੇਂ ਲੋੜ ਤੋਂ ਵੱਧ ਸਿਆਣਾ ਸਮਝਣ ਲੱਗ ਪੈਂਦੇ, ਉਹਨਾਂ ਵੀ ਇਦਾਂ ਕਰਨਾ ਹੁੰਦਾ। ਉਹ ਦੋਵੇਂ ਤਰ੍ਹਾਂ ਦੇ ਲੋਕ ਉਦੋਂ ਰਲੇ ਸੀ, ਪਰ ਸੰਤ ਸਮਾਜ ਨੇ, ਗੁਰਮੁਖਾਂ ਨੇ, ਮਹਾਂਪੁਰਖਾਂ ਨੇ ਰਲ ਮਿਲ ਕੇ ਬਚਾ ਲਿਆ ਸੀ ਉਦੋਂ ਇਸ ਕੰਮ ਨੂੰ, ਤੇ ਫਿਰ ਉਵੇਂ ਹੀ ਰਹਿਣ ਦਿੱਤਾ ਜਿਵੇਂ ਗੁਰੂ ਸਾਹਿਬ ਜੀ ਨੇ ਲਿਖਵਾਇਆ ਸੀ ਆਪ। ਕਿਉਂਕਿ ਪੰਜਵੇਂ ਪਾਤਸ਼ਾਹ ਜੀ ਨੇ ਆਪ ਉਚਾਰੀ ਬਾਣੀ ਤੇ ਭਾਈ ਗੁਰਦਾਸ ਜੀ ਨੇ ਮੌਕੇ ਤੇ ਲਿਖੀ ਹੈ। ਕੋਈ ਉਹਦੇ 'ਚ ਕੋਈ ਇਹ ਨਹੀਂ ਵੀ ਬਾਕੀ ਜਿਹੜੇ ਗਾਉਂਡ ਵਾਕ ਹੁੰਦੇ ਕੋਈ 100 ਸਾਲ ਬਾਅਦ ਲਿਖੇ ਗਏ, ਕੋਈ 600 ਸਾਲ ਬਾਅਦ ਲਿਖੇ ਗਏ, ਪਰ ਇਹ ਤਾਂ ਬਾਣੀ ਮਹਾਰਾਜ ਦੀ ਹਜ਼ੂਰੀ 'ਚ ਹੀ ਲਿਖੀ ਗਈ, ਹਜ਼ੂਰੀ 'ਚ ਸਰੂਪ ਤਿਆਰ ਹੋ ਗਿਆ, ਹਜ਼ੂਰੀ 'ਚ ਹੀ ਪ੍ਰਕਾਸ਼ ਹੋਇਆ। ਪੰਜਵੇਂ ਪਾਤਸ਼ਾਹ ਜੀ ਦੇ ਸਭ ਕੁਝ ਉਹਨਾਂ ਨੇ ਆਪ ਹੀ ਕਰਵਾਇਆ। ਇਸ ਲਈ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਵੀ ਕੋਈ ਉਹਦੇ ਵਿੱਚ ਕੋਈ ਵੀ ਬੰਦਾ ਜਾਂ ਕੋਈ ਵਿਦਵਾਨ ਉੱਠ ਕੇ, ਕੋਈ ਪ੍ਰੋਫੈਸਰ, ਕੋਈ ਪ੍ਰਿੰਸੀਪਲ, ਕੋਈ ਹੋਰ ਦੁੱਕੀ ਤਿੱਕੀ ਜਿਹੜਾ ਮਰਜ਼ੀ ਇਹਦੇ 'ਚ ਵਾਧਾ ਘਾਟਾ ਨਹੀਂ ਕਰ ਸਕਦਾ। ਜੇ ਗੁਰੂ ਸਾਹਿਬ ਜੀ ਦੀ ਕਿਰਪਾ, ਇਹਦੀ ਲਾਗ ਮਾਤਰ ਵੀ ਉਦਾਂ ਹੀ ਰਹਿਣੀ ਜਿਵੇਂ ਮਹਾਰਾਜ ਜੀ ਨੇ ਰੱਖੀ ਹੈ। ਇਸ ਲਈ ਸਰਲੇਖ ਪਹਿਲਾਂ ਆ ਗਿਆ, ਸੋਠ ਮਹੱਲਾ ਚੌਥਾ ਘਰ ਪਹਿਲਾ, ਫਿਰ ਮੰਗਲ ਕੀਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਅਦਵੈਤ ਸਰੂਪ ਪ੍ਰਮਾਤਮਾ ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ। ਫਿਰ ਅੱਗਿਓਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਸਾਰੇ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਪਾਸੇ ਵਿਆਪਕ ਦੱਸਣਗੇ। ਸਾਰੇ ਪਾਸੇ ਜੋ ਕੁਝ ਵੀ ਵਰਤਾਰਾ ਵਰਤ ਰਿਹਾ ਚੌਥੇ ਪਾਤਸ਼ਾਹ ਜੀ ਦੇ ਬਚਨ ਵੀ ਗੁਰਮੁਖੋ ਪ੍ਰਮਾਤਮਾ ਤੋਂ ਬਿਨਾਂ ਹੈ ਹੀ ਕੁਝ ਨਹੀਂ। ਮੁਕੰਮਲ ਰੂਪ ਵਿੱਚ ਸਾਰੇ ਪਾਸੇ ਪ੍ਰਮਾਤਮਾ ਹੀ ਹੈ। ਇਹ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੁ, ਅਪਾਹੁ ਕਹਿੰਦੇ ਨਿਰਲੇਪ ਨੂੰ, ਕਹਿੰਦੇ ਦੇਖੋ ਆਪ ਹੀ ਵਰਤ ਰਿਹਾ ਸਾਰੇ ਪਾਸੇ ਪ੍ਰਮਾਤਮਾ, ਸਾਰੇ ਪਾਸੇ, ਤੇ ਸਾਰੇ ਪਾਸੇ ਵਿਆਪਕ ਰੂਪ ਵਿੱਚ ਵਰਤਦਾ ਹੋਣ ਕਰਕੇ ਵੀ ਉਹ ਨਿਰਲੇਪ ਹੈ ਸਾਰੇ ਪਾਸੇ ਆਪ ਹੀ। ਉਹ ਗੁਰਮੁਖਾਂ 'ਚ ਵੀ ਉਹੀ ਵਰਤ ਰਿਹਾ, ਮਨਮੁਖਾਂ ਵਿੱਚ ਵੀ ਉਹੀ ਵਰਤ ਰਿਹਾ, ਪੁੰਨ ਕਰਨ ਵਾਲਿਆਂ 'ਚ ਵੀ ਉਹੀ ਹੈ, ਪਾਪ ਕਰਨ ਵਾਲਿਆਂ 'ਚ ਵੀ ਉਹੀ ਹੈ, ਜਿਹੜੇ ਮੰਨਦੇ ਨੇ ਪ੍ਰਮਾਤਮਾ ਨੂੰ ਉਹਨਾਂ 'ਚ ਵੀ ਉਹੀ ਵਰਤ ਰਿਹਾ, ਜਿਹੜੇ ਨਹੀਂ ਮੰਨਦੇ ਮੁੱਕਰੇ ਪਏ ਨੇ ਉਹਨਾਂ 'ਚ ਵੀ ਉਹੀ ਵਰਤ ਰਿਹਾ। ਪਰ ਕਹਿੰਦੇ ਹੈਗਾ ਨਿਰਲੇਪ, ਨਾ ਪੁੰਨੀਆਂ ਵਿੱਚ ਉਹਨੂੰ ਕੋਈ ਪੁੰਨ ਹੈ, ਨਾ ਪਾਪੀਆਂ ਵਿੱਚ ਉਹਨੂੰ ਕੋਈ ਪਾਪ ਹੈ, ਉਹ ਨਿਰਲੇਪ ਹੈ। ਸਭ ਪਾਸੇ ਆਪ ਵਰਤ ਰਿਹਾ ਪਰ ਫਿਰ ਵੀ ਨਿਰਲੇਪ ਹੈ। ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੁ, ਕਹਿੰਦੇ ਦੇਖੋ ਆਪ ਵਰਤ ਰਿਹਾ ਨਾ ਸਾਰੇ ਪਾਸੇ ਪਰ ਫਿਰ ਵੀ ਨਿਰਲੇਪ ਹੈ। ਜਿਵੇਂ ਸੂਰਜ ਦੀ ਕਿਰਨ ਉਹ ਚੰਗੇ ਥਾਂ ਤੇ ਪੈਂਦੀ ਆ, ਫਲਾਂ ਤੇ, ਫੁੱਲਾਂ ਤੇ, ਚੰਦਨ ਤੇ ਵੀ ਪੈਣੀ ਤੇ ਗੰਦਗੀ ਤੇ ਵੀ ਉਹੀ ਪੈਣੀ, ਪਰ ਉਹ ਨਿਰਲੇਪ ਹੀ ਹੁੰਦੀ, ਉਹਨੂੰ ਕੋਈ ਫਰਕ ਨਹੀਂ ਹੁੰਦਾ। ਇਵੇਂ ਕਹਿੰਦੇ ਪ੍ਰਮਾਤਮਾ ਸਾਰੇ ਪਾਸੇ ਵਰਤ ਰਿਹਾ ਗੁਰਮੁਖੋ ਪਰ ਨਿਰਲੇਪ ਹੈ। ਵਣਜਾਰਾ ਜਗ ਆਪ ਹੈ ਪਿਆਰਾ, ਆਪੇ ਸਾਚਾ ਸਾਹੁ, ਕਹਿੰਦੇ ਦੇਖੋ ਵਪਾਰੀ ਵੀ ਉਹ ਆਪ ਹੀ ਹੈ ਤੇ ਵਪਾਰੀ ਨੂੰ ਰਾਸ ਦੇਣ ਵਾਲਾ ਸ਼ਾਹੂਕਾਰ ਵੀ ਉਹ ਆਪ ਹੀ ਹੈ। ਸਾਰੇ ਪਾਸੇ ਉਹ ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ। ਵਣਜਾਰਾ ਜਗ ਆਪ ਹੈ ਪਿਆਰਾ, ਵਣਜਾਰਾ ਹੁੰਦਾ ਵਪਾਰੀ, ਕਹਿੰਦੇ ਜਗਤ ਉੱਤੇ ਵਪਾਰੀ ਹੋ ਕੇ ਜਿਹੜੇ ਜੀਵ ਫਿਰਦੇ ਉਹ ਵੀ ਪ੍ਰਮਾਤਮਾ ਹੀ ਹੈ, ਉਹਨਾਂ 'ਚ ਵੀ ਆਪੇ ਸਾਚਾ ਸਾਹੁ ਤੇ ਸੱਚਾ ਸ਼ਾਹੂਕਾਰ ਜਿਹੜਾ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਦਿੰਦਾ, ਕਿਉਂਕਿ ਵਪਾਰ ਪੂੰਜੀ ਤੋਂ ਬਿਨਾਂ ਨਹੀਂ ਹੁੰਦਾ। ਇੱਥੇ ਜੀਵ ਨੂੰ ਵਪਾਰੀ ਆਖਿਆ ਤੇ ਸਵਾਸਾਂ ਨੂੰ ਪੂੰਜੀ। ਕਹਿੰਦੇ ਦੇਖੋ ਜੀਵ ਰੂਪ ਵੀ ਉਹ ਪ੍ਰਮਾਤਮਾ ਆਪ ਹੈ, ਫਿਰ ਉਹਨਾਂ ਨੂੰ ਪੂੰਜੀ ਦੇਣ ਵਾਲਾ ਸ਼ਾਹੂਕਾਰ ਵੀ ਉਹ ਆਪ ਹੀ। ਆਪੇ ਵਣਜ ਵਪਾਰੀ ਆ ਪਿਆਰਾ, ਆਪੇ ਸੱਚ ਵਿਸਾਹੁ, ਕਹਿੰਦੇ ਆਪ ਹੀ ਉਹ ਵਣਜ ਹੈ, ਆਪ ਹੀ ਫਿਰ ਉਹ ਵਣਜ ਬਣ ਕੇ ਸਾਧ ਸੰਗਤ ਜੀ ਵਪਾਰੀਆਂ 'ਚ ਤੇ ਸ਼ਾਹੂਕਾਰਾਂ 'ਚ ਵਰਤਣ ਵਾਲਾ। ਜਪ ਮਨ ਹਰ ਹਰ ਨਾਮ ਸਲਾਹ, ਕਹਿੰਦੇ ਇਸ ਵਾਸਤੇ ਮਨਾ ਉਸ ਹਰੀ ਨੂੰ ਜਪਿਆ ਕਰ ਜਿਹੜਾ ਸਾਰੇ ਪਾਸੇ ਆਪ ਵਿਆਪੀ ਹੈ। ਸਾਰੇ ਪਾਸੇ ਜਿਹੜਾ ਆਪ ਵਰਤਿਆ ਹੋਇਆ ਮਨਾ ਉਸ ਪ੍ਰਮਾਤਮਾ ਨੂੰ ਜਪਿਆ ਕਰ ਤੂੰ ਭਾਈ। ਗੁਰ ਕਿਰਪਾ ਤੇ ਪਾਈਏ ਪਿਆਰਾ, ਗੁਰੂ ਦੀ ਕਿਰਪਾ ਕਰਕੇ ਕਹਿੰਦੇ ਉਹਦੀ ਪ੍ਰਾਪਤੀ ਹੋ ਜਾਏਗੀ। ਤੂੰ ਉਹਨੂੰ ਜਪੇਂਗਾ, ਗੁਰੂ ਤੋਂ ਇਹ ਬਖਸ਼ਿਸ਼ ਲੈ ਕੇ ਗੁਰੂ ਗੁਰੂ ਕਰੇਗਾ ਤੇ ਫਿਰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਤੈਨੂੰ ਪ੍ਰਾਪਤ ਹੋ ਜਾਏਗਾ। ਗੁਰ ਕਿਰਪਾ ਤੇ ਪਾਈਏ ਪਿਆਰਾ, ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੁੰਦੀ। ਅੰਮ੍ਰਿਤ ਅਗਮ ਅਥਾਹ, ਕਹਿੰਦੇ ਉਹ ਜਿਹੜਾ ਅੰਮ੍ਰਿਤ ਸਰੂਪ ਹੈ, ਮੌਤ ਤੋਂ ਪਰੇ ਕਰ ਦੇਣ ਵਾਲਾ, ਜਿਸ ਦਾ ਥਾਂ ਨਹੀਂ ਪਾ ਸਕਦੇ ਆਪਾਂ ਮਨ ਕਰਕੇ, ਬੁੱਧੀ ਕਰਕੇ, ਜਿਸ ਤੱਕ ਸਾਧ ਸੰਗਤ ਜੀ ਆਪਣੀ ਪਹੁੰਚ ਹੈ ਨਹੀਂ,
उस अगम ते अथा अकाल पुरख की प्राप्ति कहते मना हरी हरी जपेगा हो जाएगी। रहाओ विश्राम दे के कृपा कर दे आपे सुन सब वेखदा प्यारा। कहते देखो सुन भी आप रहा हो वेख भी आप रहा। इसका मतलब कि कन्ना विच भी उही बैठा ते नेत्रां विच भी उही बैठा। उसे दी जोत करके अखां देख सकदियां, उसे दी कला करके कान सुन सकते। ਉਹਦੀ जोत ना होवे डॉक्टर कह दिंदे जी हुण तां जोत ही काम करनों हट गई, हुण अखां दा कुछ हो नहीं सकता। वो जोत हैगी किने पाई जिहड़ी डॉक्टर जवाब दे दिंदे ना, कहंदे नहीं जी हुण तां जोत ही नहीं हैगी, पिछे हुण ऑपरेशन कीतियां भी कुछ नहीं होना। वो जिहड़ी जोत है वो अकाल पुरख वाहिगुरू दी पाई हुई, इसलिए कहंदे नेत्रां 'च बैठा वो देख रहा, कन्नां 'च बैठा सुनदा पिया। जिन्हों गुरु नानक पातशाह जी कहते हैं सहस तव नैन नन नैन है तोहे कहो सहस मूर्त नना एक तो ही। सहस तव नैन नन नैन कहते जे वेखदे हैं तो हज़ारां नेत्र तेरे ही ने, तू ही बैठा देख रहा। तो जे तेरे स्वरूप वाल दूजी तरह देखिए तो एक भी नेत्र तेरा है नहीं, क्योंकि तेरा अपना स्वरूप नहीं हैगा कोई। पर सब दियां अखां 'च बैठा, सब दे नेत्रां 'च बैठा देख तू ही रहा। आपे सुन सब वेखदा प्यारा, मुख बोले आप मुहा हो। कहते मुख तो बोलता भी देखो आप ही है। जे उसकी मर्जी ना होवे रसना बोल नहीं सकते। जन्म तो कई बार गूंगा होंदे, कई गूंगे होंदे बोल नहीं सकते। परमात्मा की मर्जी होवे तो बोलेगी रसना। परमात्मा की मर्जी है तो अख देखती है, नहीं तो कईयां नूं नहीं दिसदा। उसकी मर्जी है तो आपां सुनते पे, नहीं तो कई बोले होंदे जन्म तो ही सुन नहीं सकते। बस आप कृपा करदा ते कान सुनते ने। कहते आप ही देखो वो सुन रहा, आप ही देख रहा, आप ही बोल रहा। क्योंकि जो दी मर्जी ना होवे एक भी बोलन की किसी की ताकत नहीं होती। आपे सुन सब वेखदा प्यारा, मुख बोले आप मुहाह। आपे उजड़ पाएंदा प्यारा, आप वखाले राह। उजड़ दा अर्थ हुंदा रस्ता भुल जाना। कहते आप ही वो भटकाउंदा, आप ही मुड़ के रस्ता विखाल दिंदा। जे कोई रस्ते तो भटक गया तां भी उहदे हुक्म विच ही है, ते मुड़ के आप ही जे उन्हें किसी ने रस्ते ते पा दिता, वो भी उहदे हुक्म विच ही। भाव भटकिया होयां विच भी आप ही है, ते जिहड़े गुरमुख महाराज दे दसे रस्ते ते चल रहे ने उन्हां विच भी गुरमुख आप ही है। इन्नी व्यापकता गुरु रामदास महाराज सच्चे पातशाह जी सारे पासे परमात्मा की दिखा रहे। कहते गुरमुखो तो बिना कुछ है नहीं। जे कोई भटकिया फिरदा उस विच भी वो आप ही है। जे वो मार्ग ते पा दिंदा, कोई सीधे रस्ते ते आ गया, उस विच भी वो अकाल पुरख वाहिगुरू आप ही है। आपे उजड़ पाएंदा प्यारा, आप वखाले राह। आपे ही सब आप है प्यारा। कहते असल विच सारे पासे वो आप ही आप है। आपे बेपरवाह, तो कहते है बेपरवाह। बेपरवाह सदा रंग हर का जाको पाख सुआमी। कहते परमात्मा का सुभाव बेपरवाही वाला हुंदा। जिन्हां दे हिरदे च परमात्मा का नाम वसदा वो भी बेपरवाह हो जाते। बेपरवाह सदा रंग हर कै जाको पाख सुआमी। कहते जिन्हां दे पक्ष च सुआमी हो जाए वो भी बेपरवाह हुंदे। किसी की कान कनौट नहीं रखते। फिर वो प्रेम सत्कार सब ना ही करनगे, पर परवाह महाराज तो अकाल पुरख तो बिना किसी की परवाह नहीं होंदी। किसी का भै नहीं मन च रखते। जे परवाह मानते होंगे ना जी, तो 7 साल के 9 साल के बालक नूं जिवें मर्जी डरा लेंदे, पर पूरे बेपरवाह से उन्होंने कहते तुहानूं नीहां च चिण देना। कहते तां भी कोई फर्क नहीं, क्योंकि कोई कान कनौट है ही नहीं किसी की। ये बेपरवाही परमात्मा के सुभाव चों आउंदी, क्योंकि वो आप बेपरवाह ना। सब आपे ही सब आप है प्यारा, आपे बेपरवाह। क्योंकि मथाजगी किसी की नहीं, इस करके परवाह किसी की नहीं होंदी। परमात्मा वो मालक है सारिਆਂ ਦਾ। भाई गुरदास जी ने लिखा सतगुर सच्चा पातशाह बेपरवाह अथाह सहाबा। भाई गुरदास जी लिखते कहते अकाल पुरख वाहिगुरू एडा वड्डा मालक है, गुरमुखों नूं किसी की परवाह नहीं होंदी। सारे संसार नूं उहदी परवाह है।
आप वो बेपरवाह, क्योंकि मथाजगी नहीं किसी दी, इसलिए क्यों परमात्मा किसी दी परवाह करे भाई। आपे आप उपाय दा प्यारा, कहते सारी सृष्टि उन्हें पैदा की, पंजे तत्त उस अकाल पुरख वाहिगुरु ने बनाए। ये सूरज चंद्रमा तारे स्यारे जो कुछ नजरी आउंदा, ये सब कासे दा करता अकाल पुरख वाहिगुरु ही है। कबीर साहब नूं किसी ने आख्या सी भी कबीर साहब जी एवें हर वेले राम राम दा रट्टा ना लाई जाया करो। वो कहंदे क्यों भाई, जद परमात्मा ने पैदा किया तो उन्होंने जपीए ना। वो कहंदे परमात्मा ने पैदा नहीं किया। नौजवान कहंदा इहदे च परमात्मा की कोई कला नहीं हैगी, ये तो एवें लोगों ने ना जोड़ लिया। कहंदे फिर किवें संसार आ गया जी। वो कहंदा पशुओं तो पशु पैदा हो रहे, पंछियों तो पंछी, मनुखों तो मनुख, बनास्पति तो बनास्पति, अनाज तो अनाज पैदा हो रहा। इहदे च परमात्मा दा की है? रब कित्थों आ गया इहदे च? ये तो सुते ही वरतारा चल रहा ना अपने आप। पशुओं तो पशु आ रहे ने, पंछियों तो पंछी, इवें बनास्पति तो बनास्पति, परमात्मा कित्थों आ गया? कबीर साहब कहते चलो ठीक है भी अनाज अनाज तो पैदा हो गया, पशु पशुओं तो पैदा हो गए, पंछी पंछियों तो पैदा हो गए, पर कहते वो जिहड़ा सूरज है वो कित्थों आया? वो जिहड़े चंद्रमा है, जिहड़े तारे ने, वो कित्थों आए? शब्द उचारिया फिर कबीर साहब ने, कहते ओए जो दिसै अंबर तारे, कहने ओए चीते चीतन हारे। कबीर साहब कहते हुण वो दस भी वो सूरज कित्थों आया? सूरज किहड़े सूरज चों पैदा होया? अंबर च जिहड़े तारे दिसदे, चंद्रमा, वो किहने पैदा कीते? अनाज ते अनाज तो आ गया, पंछी पंछियां तो आ गए, पशु पशुआं तो, मनुख मनुखा तो सूरज कित्थों आया? फिर वो चुप किया। कबीर साहब कहते नहीं गुरमुखा, ये सुते वरतारा नहीं चलता पिया, ये पिछे कोई कला है, कोई ताकत काम करती, उहदे करके सारा कुछ चलता पिया। देखो जे उहदी कला ना होवे, जे समझना होवे ते बरीक करके अपनी मत नूं समझ सकीदा। आपां एक बीज धरती च पाउने, एक बीज धरती च पा दिता, वो बीज खत्म हो जाता, उन्हें गल जाना, पर उहदे विचों जिहड़ा पौधा निकलदा, जिहड़ा पेड़ा उहदे विचों निकलना, उन्होंने अगे देख लो, उहो ही फिर बीज सैकड़ियां की गिनती च लगने। ये कला किने बनाई? एक बीज धरती च बीज दिता, उहदे विचों एक पौधा निकलेगा, तो फिर उही बीज रूप फल उन्होंने सैकड़ियां की गिनती च जाके लगणगे। ये कौन करदा इदां? बीज तो खत्म हो गया जो धरती च पाया। जो छोटा पौधा आप पुट के देखिए तो थले बीज मुक चुका हुंदा, गल चुका हुंदा वो, पर उस बीज विचों जिहड़ा तना निकलदा, गुरमुखों कहंदे जदों पूरा हुंदा फल लगदा, उही बीज जिहड़ा आपां धरती च बीजिया सी, सैकड़ियां की गिणती च उहनूं उपर लगा हुंदा। कौन लाउंदा उहनूं? कित्थों आउंदा हो? ये किवें वरतदी कला? एक ही धरती दे उपर कोल कोल एक निम दा पौधा होवे, एक निम दा दरख्त, एक अंब दा, दोनों नूं इक्को पानी मिलना, इक्को धरती, एक ही खुराक, इक्को जी धुप पैनी दोनों ते, इक्को जी हवा लगनी, पर एक दा फल कौड़ा, दूसरे दा मिठा। ये किन्ने कीता? एक रंग दे दोनों नूं पत्ते लगे, इक्को जी दोनों दी लकड़, पर फल दे रस च किवें फर्क आ गया? निम कौड़ी हुंदी, अंब मिठे हुंदे। ये कौन करता? जद धरती इक्को जी सी, खुराक इक्को जी मिली, हवा पानी इक्को जिहा मिलिया, वातावरण भी इक्को जिहा सी, रंग भी दोनों का इक्को जिहा ही है, दोनों के फल दे विच जिहड़ा रस विच किन्ने फर्क पाता? ये कला कबीर साहब ने आख्या गुरमुखो ये परमात्मा दी, ये अपने आप नहीं हुंदा। इदां ओए जो दिसै अंबर तारे, कहनो ये चीते चीतन हारे। आख्या ये सब अकाल पुरख वाहिगुरु का चित पिया होया, परमेश्वर का, उवें नहीं।
आपे आप उपाय दा प्यारा, आपे धंधड़ा लाहो। कहंदे सब कुछ आप पैदा किया परमात्मा ने, ते फिर सारिਆਂ ਨੂੰ सिर सिर धंधे भी उन्हें आप ही लाया। हरेक ਨੂੰ ਜਿਹੜਾ ਇਹ बिजी ਕੀਤਾ ना, ये भी अकाल पुरख वाहिगुरु ने किया। आप संसार पैदा किया, आप ही उन्हें फिर कम्मे लाया। हैरान भी होईदा कई बारी भई देखो एक शहर तो सैकड़े ट्रक उधर ਨੂੰ ਤੁਰੇ ਜਾਂਦੇ ਆ, उस शहर तो इधर ਨੂੰ ਤੁਰੇ ਆਉਂਦੇ ਆ। समान ਉਹੀ है ਜਿਹੜਾ इधरों ਉਹਨੂੰ ਜਾ ਰਿਹਾ, उधरों ਐ ਨੂੰ ਆ ਰਿਹਾ। बस ਲੋਕਾਂ ਨੂੰ ਕੰਮੇ ਲਾਇਆ परमात्मा ने, क्योंकि रोटी देनी। हजूर साहब वाले हरमंदर साहब दर्शन ਕਰਨ ਤੁਰੇ ਆਉਂਦੇ ਆ, पंजाब वाले हजूर साहब ਨੂੰ ਚੜੇ ਜਾਂਦੇ, इधरों उधर ਨੂੰ ਤੁਰਿਆ ਫਿਰਦਾ, उधरों इधर। बस एक ਧੰਦੇ ਲਾਇਆ परमात्मा ने, ਸਾਰਿਆਂ ਦੀ ਡਿਊਟੀ ਲਾਈ ਹੋਈ। आपे आप उपाय दा प्यारा, आपे धंधड़ा लाहो। कहंदे सारिਆਂ ਨੂੰ ਧੰਦੇ भी अकाल पुरख वाहिगुरु ने लाया। क्यों? क्योंकि संसार चलदा रखना। जे कला ना परमात्मा ने वरताई होवे, संसार चले ही ना। आप कराए साख्ती प्यारा, साख्ती हुंदी ताड़ना, सजा। कहंदे आप ही फिर वो जमा तो सजा दवाउंदा। मर्जी करन वालियां नूं जम सजा देंदे ना। पंजवें पातशाह जी ने आख्या, अनक सासन ताड़ंत जमदूत है। वो कहंदे बड़ी तरह की सजा देंदे जमदूत, वखरी वखरी सजा। ये पंजवें पातशाह दे बचन। कहंदे ये भी विधान परमात्मा ने बनाया। जिस तरह का कर्म उस तरह का फल। आप कराए साख्ती प्यारा, साख्ती मतलब सजा, सख्ती, ताड़ना। आप मारे मर जा। कहते आप ही वेखो जीव नूं पैदा करदा जे, आप ही जदों दे सवासां की गिणती मुका दिंदा ते ओह खत्म हो जांदा। सब कुछ ओहदी मर्जी च ही है। जा तिस भाणा तां जम्मिया, परिवार भला पाया। कहंदे ओहदी मर्जी सी तां जन्म होया, ओहदी मर्जी हुंदी तां जांदा। ਉਹਦਾ ਹੁਕਮ है। ਉਹ ਮਰ ਗਿਆ ਜਿਨਕੀ ਚੀਰੀ ਦਰਗਿਆ ਪਾਟੀ ਤਿੰਨਾ ਮਰਨਾ ਭਾਈ। ਚੀਰੀ ਦਾ ਅਰਥ ਹੁੰਦਾ ਚਿੱਠੀ। ਕਹਿੰਦੇ ਜਿਨ੍ਹਾਂ ਦੀ ਚਿੱਠੀ ਨਿਕਲ ਆਉਂਦੀ ਹੈ ਉਹ ਤੁਰ ਜਾਂਦੇ, ਫਿਰ ਜਿਨ੍ਹਾਂ ਦਾ ਸੁਨੇਹਾ ਆ ਜਾਂਦਾ। ਪਰ ਇਹ ਵੀ ਸਾਰੀ ਕਲਾ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਹੱਥ 'ਚ, ਕਿਉਂਕਿ ਚੌਥੇ ਪਾਤਸ਼ਾਹ ਜੀ 4-5 ਸ਼ਬਦਾਂ ਵਿੱਚ ਮਹਾਰਾਜ ਦੀ, ਪਰਮੇਸ਼ਰ ਦੀ ਵਿਆਪਕਤਾ ਹੀ ਦੱਸਣਗੇ ਸਾਰੇ ਪਾਸੇ। आपे पत्तन पातनी प्यारा। कहते देखो वो पत्तन भी आप ही है, ते पत्तन तो पार लगाउण वाला, लाउण वाला भी आप ही है। पत्तन ते चलण वाला पानी भी आप ही है। आपे पत्तन पातनी प्यारा, आपे पार लंघाहो। कहते पत्तन रूप भी आप है, पानी रूप भी आप है, बेड़ी रूप भी आप है, मलाह रूप भी आप ही है। आपे सागर बोहथा प्यारा। कहते समुंदर भी वो आप, ते समुंदर तो पार जाने लई जहाज भी वो आप ही है। आपे सागर बोहथा प्यारा। बोहथा जहाज नूं कहंदे। गुर खेवट आप चला। खेवट हुंदा मलाह। कहंदे फिर इह संसार भी उन्हें पैदा किया है, संसार तो पार करने लई गुरु नूं मलाह बना के भी उन्हें आप ही भेज दिता। गुरु साहब मलाह रूपी हुंदे, क्योंकि संसार तो पार लाउंदे ना। सैयदे मलाह ने आख्या सी महाराज 10वें पातशाह जी नूं, जब पौंटे साहब से कलगीधर पातशाह जी ते महाराज जी सैर कर निकले जमुना च, तां वो मलाह सी उत्थे किनारे ते अपनी बेड़ी लैके, ओहदा है तां मुसलमान सी, सैयदा ओहदा नाम सी, पर प्रेमी सी महाराज दा। गुरु साहब जी ने आख्या भी चल सैयदिया भी सानू सैर करा जमुना दी। कहंदा बैठो महाराज। अपनी बेड़ी च बिठा लिया। गुरु साहब जी ਸਿੰਘਾਂ समेत बैठे। जिमें जिमें महाराज आखी गए वह घुमाई गया। महाराज कहते दूजे किनारे लै जा, दूसरे किनारे लै गया। महाराज कहते चल वापस लै आ, फिर पौंटा साहब वाले पासे। जो उतरे महाराज ने उन्होंने पैसे दिते, किराया ਉਹਦਾ, क्योंकि इदां ही पार करता सी वो, ते ਉਹਦੀ रोजी रोटी सी। महाराज ने जदों पैसे दिते, वो कहता जी मैं नहीं लैने। महाराज कहते क्यों नहीं लैने भाई, तेरा काम है, तेरी किरत है, तू लै अपना किराया।
ਉਹ ਕਹਿੰਦਾ ਮਹਾਰਾਜ ਮੈਂ ਸਟਾਫ ਮੈਂਬਰਾਂ ਤੋਂ ਥੋੜਾ ਪੈਸੇ ਲੈ ਸਕਦਾ, ਵੀ ਤੁਹਾਡੀ ਮੇਰੀ ਤੇ ਕਿਰਤ ਇੱਕੋ ਹੀ ਹੈ, ਤੁਸੀਂ ਮੇਰੇ ਗੁਰ ਭਾਈ ਜੇ, ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ। ਤੇ ਮਹਾਰਾਜ ਹੱਸ ਪਏ, ਕਹਿੰਦੇ ਇਹ ਉਹ ਕਿੱਦਾਂ? ਕਹਿੰਦਾ ਮਹਾਰਾਜ ਮੈਂ ਆ ਨਦੀ ਪਾਰ ਕਰਵਾਉਣਾ, ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਜੇ, ਆਪਣਾ ਕੰਮ ਇੱਕੋ ਹੀ ਹੋਇਆ ਨਾ ਫਿਰ। ਤੇ ਜਿਨ੍ਹਾਂ ਦਾ ਇੱਕੋ ਕੰਮ ਹੁੰਦਾ ਉਹ ਇੱਕ ਦੂਜੇ ਕੋਲ ਪੈਸੇ ਨਹੀਂ ਲੈਂਦੇ। ਜਿਵੇਂ ਜਿਹੜਾ ਇੱਕ ਕਨੈਕਟਰ ਹੈ ਜਦ ਦੂਸਰੀ ਬੱਸ ਚੜ੍ਹਦਾ ਤੇ ਉਸ ਬੱਸ ਦਾ ਕਨੈਕਟਰ ਉਹਦੇ ਕੋਲ ਪੈਸੇ ਨਹੀਂ ਲੈਂਦਾ, ਕਹਿੰਦੇ ਸਟਾਫ ਮੈਂਬਰ ਹੈ ਵੀ ਆਪਣਾ ਇਹ। ਬੜੇ ਖੁਸ਼ ਹੋਏ ਮਹਾਰਾਜ। ਕਹਿੰਦੇ ਫਿਰ, ਕਹਿੰਦਾ ਮਹਾਰਾਜ ਦੇਖੋ ਮੈਂ ਤੁਹਾਨੂੰ ਪਾਰ ਕਰ ਦਿੱਤਾ ਨਾ, ਤੁਸੀਂ ਆਖਿਆ ਚੱਲੀਏ ਪਾਰ, ਮੈਂ ਤੁਹਾਨੂੰ ਆਪਣੀ ਬੇੜੀ ਤੇ ਬਿਠਾਲ ਕੇ ਪਾਰ ਕਰ ਦਿੱਤਾ। ਜਦੋਂ ਮੈਂ ਤੁਹਾਡੇ ਕੋਲ ਆਇਆ ਤੁਸੀਂ ਆਪਣੇ ਨਾਮ ਦੇ ਬੇੜੇ ਤੇ ਚੜ੍ਹ ਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ, ਹਿਸਾਬ ਬਰਾਬਰ ਹੋ ਜਾਏਗਾ, ਕਿਰਾਇਆ ਮੈਂ ਲੈਣਾ ਨਹੀਂ। ਬੜੇ ਖੁਸ਼ ਹੋਏ ਮਹਾਰਾਜ। ਕਹਿੰਦੇ ਚੱਲ ਠੀਕ ਹੈ ਭਾਈ, ਠੀਕ ਆ ਸਜਦਾ, ਤੇਰੇ ਨਾਲ ਵਾਅਦਾ ਰਿਹਾ, ਤੈਨੂੰ ਸੰਸਾਰ ਤੋਂ ਪਾਰ ਕਰਾਂਗੇ, ਡੁੱਬਣ ਨਹੀਂ ਦਿੰਦੇ। ਕਿਉਂਕਿ ਆਪ ਹੀ ਉਹ ਮਲਾਹ ਸਾਧ ਸੰਗਤ ਜੀ, ਆਪ ਹੀ ਬੇੜਾ ਰੂਪ ਹੈ। ਆਪੇ ਸਾਗਰ ਬੋਝਤਾ ਪਿਆਰਾ, ਗੁਰ ਖੇਵਟ ਆਪ ਚਲਾਹੋ। ਕਹਿੰਦੇ ਉਸ ਜਹਾਜ਼ ਨੂੰ, ਉਸ ਬੇੜੇ ਨੂੰ ਚਲਾਉਣ ਵਾਲਾ ਖੇਵਟ, ਮਲਾਹ ਨੂੰ ਕਹਿੰਦੇ ਪਾਰ ਕਰਾਉਣ ਵਾਲੇ, ਕਹਿੰਦੇ ਉਹ ਵੀ ਆਪ ਹੀ ਹੈ, ਸਾਗਰ ਵੀ ਆਪ ਹੀ ਹੈ, ਬੇੜਾ ਵੀ ਆਪ ਹੀ ਹੈ, ਪਾਰ ਲਗਾਉਣ ਵਾਲਾ ਵੀ ਆਪ ਹੀ ਹੈ, ਜਿਹੜੇ ਪਾਰ ਲੱਗਣੇ ਉੱਪਰ ਚੜ੍ਹਨ ਵਾਲੇ ਉਹਨਾਂ 'ਚ ਵੀ ਉਹ ਆਪ ਹੀ ਹੈ। ਆਪੇ ਹੀ ਚੜ ਲੰਘਦਾ ਪਿਆਰਾ, ਕਹਿੰਦੇ ਜਿਨ੍ਹਾਂ ਨੇ ਬੇੜੇ ਤੇ ਚੜ੍ਹ ਕੇ ਲੰਘਣਾ ਉਹ ਵੀ ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ। ਕਰ ਚੋਜ ਵੇਖੈ ਪਾਤਸ਼ਾਹ, ਕਹਿੰਦੇ ਬਸ ਉਹਦਾ ਚੋਜ ਹੈ ਜਿਹੜਾ ਕਰ ਕਰਕੇ ਦੇਖ ਰਿਹਾ ਉਹ ਹੈ, ਸਾਰੇ ਪਾਸੇ ਪਰਮੇਸ਼ਰ ਹੀ ਆਪ ਵਿਆਪਕ, ਇਹ ਉਹਦੀ ਖੇਡ ਹੈ। ਤਾਂ ਹੀ 10ਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਦੇਖਣ ਆਇਓ ਜਗਤ ਤਮਾਸ਼ਾ, ਕਹਿੰਦੇ ਤੇ ਤਮਾਸ਼ਾ ਹੀ ਇੱਕ ਖੇਡ ਹੈ, ਸੰਸਾਰ ਦੀ ਰਚੀ ਪ੍ਰਮਾਤਮਾ ਨੇ ਦੇਖਣ ਵਾਸਤੇ ਆਏ ਆ, ਉਹਨੇ ਭੇਜਿਆ ਸਾਨੂੰ। ਤੇ ਹੈਰਾਨ ਵੀ ਹੁਣ ਬੁੱਧ ਹੈਰਾਨ ਤਾਂ ਹੋਵੇਗੀ ਨਾ ਵੀ ਸਾਰੇ ਪਾਸੇ ਉਹ ਆਪ ਹੀ ਹੈ, ਵੀ ਜਹਾਜ਼ ਚਲਾਉਣ ਵਾਲਾ ਵੀ ਆਪ, ਜਹਾਜ਼ ਵੀ ਆਪ, ਸਮੁੰਦਰ ਵੀ ਆਪ, ਉਹਨਾਂ ਉੱਪਰ ਚੜ੍ਹ ਕੇ ਪਾਰ ਲੰਘਣ ਵਾਲਾ ਵੀ ਆਪ, ਆਪੇ ਹੀ ਚੜ ਲੰਘਦਾ ਪਿਆਰਾ। ਕਰ ਚੋਜ ਵੇਖਿਆ ਪਾਸ, ਕਹਿੰਦੇ ਉਹ ਤੇ ਪਾਤਸ਼ਾਹ ਚੋਜ ਕਰਕੇ ਦੇਖ ਰਿਹਾ ਬਸ। ਆਪੇ ਆਪ ਦਿਆਲ ਹੈ ਪਿਆਰਾ, ਕਹਿੰਦੇ ਆਪ ਹੀ ਦਿਆਲੂ ਹੈ ਗੁਰਮੁਖੋ, ਅਸਲ ਵਿੱਚ ਉਹ ਦਇਆ ਕਰਦਾ ਜੀਵਾਂ ਤੇ। ਜੋਤ ਉਸੇ ਦੀ ਹੈ ਗੁਰਮੁਖੋ ਸਾਰੇ ਜੀਵਾਂ 'ਚ, ਸਭ ਪਸ਼ੂ ਪੰਛੀਆਂ 'ਚ ਸੂਖਮ ਤੇ ਸਥੂਲ ਵਿੱਚ ਜੋਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ। ਉਹਦੀ ਜੋਤ ਕਰਕੇ ਸੰਸਾਰ ਦੇ ਜੀਵ ਚੱਲਦੇ ਪਏ, ਪਰ ਜਿਹੜੇ ਜੀਵ ਉਹਦੇ ਚਰਨੀ ਲੱਗ ਜਾਂਦੇ ਆ ਉਹਨਾਂ ਉੱਤੇ ਉਹ ਦਇਆ ਕਰਦਾ, ਦਿਆਲੂ ਹੈ ਉਹ। ਆਪੇ ਆਪ ਦਿਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹ, ਕਹਿੰਦੇ ਉਹ ਬਖਸ਼ ਕੇ ਉਹਨਾਂ ਨੂੰ, ਫਿਰ ਜਿਨ੍ਹਾਂ ਤੇ ਦਇਆ ਕਰ ਦਿੰਦਾ ਉਹਨਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ, ਉਹਨਾਂ ਦਾ ਪੈਂਡਾ ਖਤਮ ਕਰ ਦਿੰਦਾ। ਫਿਰ ਜਿਹੜਾ ਲੰਮਾ ਗੇੜ ਹੈ ਉਹਨਾਂ ਦਾ ਮੁੱਕ ਜਾਂਦਾ, ਜਿਨ੍ਹਾਂ ਤੇ ਆਪ ਉਹ ਦਇਆ ਕਰੇ। ਉਹ ਹੈ ਸਾਧ ਸੰਗਤ ਜੀ ਸਦਾ ਹੀ ਦਿਆਲੂ। ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈ ਗਿਆ, ਕਹਿੰਦੇ ਸਤਿਗੁਰੂ ਤੇ ਸਦਾ ਹੀ ਦਿਆਲ ਹੈ, ਪਰ ਜੇ ਹੁਣ ਭਾਗਾਂ 'ਚ ਨਾ ਹੋਵੇ ਦਇਆ ਤੇ ਲੈ ਕਿੱਥੋਂ ਲੈਣੀ? ਫਿਰ ਪਾਤਰ ਤਾਂ ਚਾਹੀਦਾ ਨਾ, ਫੇਰ ਹੀ ਗੱਲ ਬਣੇਗੀ। ਗੁਰੂ ਸਾਹਿਬ ਤਾਂ ਸਦਾ ਹੀ ਦਿਆਲੂ ਨੇ, ਉਹਦੇ ਹੀ ਪੈਦਾ ਕੀਤੇ ਜੀਵ ਨੇ, ਬਸ ਜਿਹੜੇ ਉਹਦੇ ਚਰਨੀ ਲੱਗੇ ਉਹਨਾਂ ਨੂੰ ਬਖਸ਼ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਹੈ। ਚੌਥੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਧ ਸੰਗਤ ਜੀ ਦੱਸਦੇ ਪਏ ਕਿ ਗੁਰਮੁਖੋ ਅਸਲ ਵਿੱਚ ਉਹ ਪਰਮੇਸ਼ਰ ਆ, ਸਾਰੇ ਪਾਸੇ ਰਮਿਆ ਹੋਇਆ, ਬਿਨਾਂ ਉਸ ਤੋਂ ਕੁਝ ਵੀ ਨਹੀਂ ਹੋ ਰਿਹਾ। ਹੁਕਮੇ ਅੰਦਰ ਸਭ ਕੁਝ, ਬਾਹਰ ਹੁਕਮ ਨਾ ਕੋਈ। ਫਿਰ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਰਜ਼ੀ 'ਚ ਹੋ ਰਿਹਾ ਹੁੰਦਾ। ਇਸੇ ਲਈ ਕੁਝ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਤੇ ਫਿਰ ਅਰਦਾਸ ਮਹਾਰਾਜ ਦੇ ਚਰਨਾਂ 'ਚ ਹੀ ਕਰ ਸਕਦੇ, ਕਿਉਂਕਿ ਜਦੋਂ ਤੁਸੀਂ ਸਭ ਕੁਝ ਕਰ ਕਰਾ ਸਕਦੇ ਜੇ ਤੇ ਫਿਰ ਤੁਹਾਡੇ ਅੱਗੇ ਅਰਦਾਸ ਬਣਦੀ, ਕਿਉਂਕਿ ਸਮਰੱਥ ਤੇ ਫਿਰ ਉਹੀ ਨੇ ਨਾ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਅਰਦਾਸ ਦਾ ਵੀ ਸਾਧ ਸੰਗਤ ਜੀ ਵਿਧਾਨ ਬਣਾਇਆ ਵੀ ਸਮਰੱਥ ਅਕਾਲ ਪੁਰਖ ਵਾਹਿਗੁਰੂ ਹੀ ਹੈ ਗੁਰਮੁਖੋ, ਉਸੇ ਪਰਮੇਸ਼ਰ ਅੱਗੇ ਹੀ ਆਪਾਂ ਨੂੰ ਅਰਦਾਸ ਕਰਨੀ ਬਣਦੀ।
ये गुरु रामदास महाराज सच्चे पातशाह जी ने साध संगत जी कृपा की। तकरीबन 5-6 शब्दों विच गुरु रामदास महाराज जी ये अकाल पुरख वाहिगुरु की व्यापकता का ही वर्णन करनगे, वक्रे वक्रे प्रमाण दे के समझाउणगे भी गुरमुखो परमात्मा सर्वव्यापी है, पर फिर भी निर्लेप है। वो सब विच है, जोगी अंदर जोगी आ, तू भोगी अंदर भोगी आ, है सारियां च, पर फिर भी निर्लेप है। ये विशेषता है उस अकाल पुरख वाहिगुरु की, जिन्होंने नामे पातशाह जी ने आख्या ना, काहेरे बन खोजण जाई सर्बनिवासी सदा अलेपा। अलेपा का अर्थ यही होंगे सर्बनिवासी सदा अलेपा। कमाल की गल है भी है सारे अंदर है, सब थावां ते वस रहा, पर फिर भी निर्लेप है। भी जे सारे अंदर है तो फिर निर्लेप किवें है? बस ये अकाल पुरख वाहिगुरु की कला। सर्बनिवासी सदा अलेपा तू ही संग समाई, कहते तेरे अंदर भी वह समाया होया, सारिਆਂ ਦੇ अंदर वह समाया होया, पर फिर भी निर्लेप है। इसे करके जिहड़ा पुण्य पाप का फल है गुरमुखो वो जीव आत्मा नूं भोगना पैंदा। भाव जीव ने शरीर लैके जो कर्म किए वह फल भोगण लई फिर शरीर लेना पवेगा। जोत ओदी करके शरीर चलना, पर वह है आप निर्लेप। यह गुरु रामदास महाराज सच्चे पातशाह जी ने साध संगत जी कृपा की। इत्थे शब्द संपूर्ण हो गया, टाइम भी अपना होने वाला। जे आप नवा शब्द प्रारंभ करांगे फिर वो अर्थ हो नहीं सकणगे, इसलिए अगले शब्द के अर्थ आप कल सवेर नूं साध संगत जी करांगे। धन गुरु रामदास महाराज सच्चे पातशाह जी कृपा करन भाई। हाजरी अपनी महाराज जी के दर ते प्रवान होवे। भुलां चुकां क्षमा करते हुए प्रेम नाल फतेह का जवाब दिओ। बुलाओ जी। वाहिगुरु जी का खालसा, वाहिगुरु जी की फतेह।